ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਭੈਣ ਜੀ ਇੰਦਰਜੀਤ ਕੌਰ ਜੀ ਹਾਜ਼ਰ ਹਨ, ਜੋ ਬਹੁਤ ਹੀ ਅਹਿਮ ਵਿਸ਼ਾ ਗੁਰਮਤਿ ਦੇ ਵਿੱਚ ਹੈ, ਵਿਸਮਾਦ। ਉਹਦੇ ਬਾਰੇ ਸਾਡੇ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਵਿਸਮਾਦ ਕੀ ਹੈ, ਵਿਸਮਾਦ ਅਵਸਥਾ ਕੀ ਹੈ, ਵਿਸਮਾਦ ਕਿਸ ਨੂੰ ਆਖਦੇ ਹਨ, ਕਿਉਂ ਅਸੀਂ ਇੱਥੇ ਤੱਕ ਨਹੀਂ ਪਹੁੰਚ ਸਕਦੇ, ਕੀ ਕਾਰਨ ਹਨ ਕਿ ਅਸੀਂ ਵਿਸਮਾਦ ਦੇ ਅਰਥਾਂ ਨੂੰ ਨਹੀਂ ਸਮਝਿਆ। ਇਹ ਸਾਰੀਆਂ ਵਿਚਾਰਾਂ ਭੈਣ ਜੀ ਇੰਦਰਜੀਤ ਕੌਰ ਜੀ ਸਾਡੇ ਨਾਲ ਕਰ ਰਹੇ ਹਨ। ਮੈਂ ਬੇਨਤੀ ਕਰ ਰਿਹਾ ਹਾਂ ਭੈਣ ਜੀ ਇੰਦਰਜੀਤ ਕੌਰ ਜੀ ਨੂੰ ਕਿ ਅੱਜ ਦੀ ਵਿਸਮਾਦ ਦੇ ਇਸ ਵਿਸ਼ੇ ਦੇ ਉੱਤੇ ਵਿਚਾਰ ਸ਼ੁਰੂ ਕਰਨ। ਭੈਣ ਜੀ ਇੰਦਰਜੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ ਮੂਲ ਮੰਤਰ ਦੇ ਪਾਠ ਦੇ ਨਾਲ ਆਰੰਭਤਾ ਕਰੀਏ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਆਪ ਜੀ ਦਾ, ਇੱਕ ਵਾਰੀ ਫਿਰ ਆਪ ਜੀ ਦੇ ਚਰਨਾਂ 'ਚ ਮੈਨੂੰ ਹਾਜ਼ਰ ਹੋਣ ਦਾ ਮੌਕਾ ਦਿੱਤਾ ਹੈ ਆਪ ਜੀ ਨੇ। ਜੇ ਮੈਂ ਵਿਸ਼ੇ ਦੀ ਗੱਲ ਕਰਾਂ, ਵਿਸਮਾਦ ਵਿਸ਼ਾ ਬਹੁਤ ਹੀ ਡੂੰਘਾ ਵਿਸ਼ਾ ਮੈਂ ਲੈ ਲਿਆ ਪਰ ਮੈਂ ਤੁਹਾਡੇ ਨਾਲ ਦੋ ਗੱਲਾਂ ਸ਼ੇਅਰ ਕਰਨੀਆਂ। ਮੇਰੇ ਦਿਮਾਗ ਵਿੱਚ ਇਸ ਨੂੰ ਕਵਰ ਕਰਨ ਦੀ ਜਾਂ ਇਹਦੇ ਬਾਰੇ ਹੋਰ ਸੋਚਣ ਦੀ ਕਿ ਕਿੱਥੋਂ ਮੈਨੂੰ ਪ੍ਰੇਰਨਾ ਮਿਲੀ। ਏਦਾਂ ਹੋਇਆ, ਦੋ ਗੱਲਾਂ ਹੋਈਆਂ। ਇੱਕ ਤਾਂ ਕੀ ਹੋਇਆ, ਮੈਂ ਔਰ ਮੇਰੀ ਬੇਟੀ ਤੇ ਮੇਰੇ ਹਸਬੈਂਡ ਅਸੀਂ ਗਏ ਪਾਰਕ, ਤੇ ਚੰਡੀਗੜ੍ਹ ਦਾ ਮੋਹਾਲੀ ਨੇਚਰ ਪਾਰਕ ਹੈਗਾ। ਅਸੀਂ ਬੱਚੇ ਦਾ ਬਾਲ ਲੈ ਗਏ, ਫੁੱਟਬਾਲ ਖੇਡਣ ਵਾਸਤੇ। ਤੇ ਨੇਚਰ ਪਾਰਕ ਜੇ ਕਿਸੇ ਨੇ ਦੇਖਿਆ ਹੋਏ ਤੇ ਬਹੁਤ ਵੱਡੇ ਵੱਡੇ ਟਰੀਜ਼ ਆ ਉੱਥੇ, ਮਤਲਬ ਬਹੇੜਾ ਹੁੰਦਾ ਇੱਕ, ਆਪਾਂ ਸਭ ਨੇ ਸੁਣਿਆ ਹੋਇਆ ਆਮਲਾ ਹਰੜ ਬਹੇੜਾ। ਉਹ ਬਹੇੜੇ ਦਾ ਵੀ 25 ਫੁੱਟ ਤੱਕ ਉੱਚਾ ਦਰਖਤ ਉੱਥੇ ਹੁੰਦਾ। ਇਹ ਬੱਚੇ ਸ਼ਰਾਰਤੀ ਹੁੰਦੇ, ਜਿਵੇਂ ਆਪਾਂ ਨੂੰ ਪਤਾ ਹੀ ਹੈ। ਤੇ ਬੱਚੇ ਕਹਿਣ ਲੱਗੇ ਕਿ ਪਾਪਾ ਨੂੰ ਕਿ ਇਹ ਬਾਲ ਸੁੱਟੋ ਤੇ ਪੇੜ 'ਚ ਫਸਾਓ। ਤੇ ਮੈਂ ਕਿਹਾ ਕਿ ਇੰਨਾ ਉੱਚਾ ਦਰਖਤ ਹੈ ਤੇ ਇਹ ਨਹੀਂ ਫਸਣੇ। ਮੈਂ ਇੱਕ ਮਨਾ ਕਰਨਾ ਸ਼ੁਰੂ ਕਰਤਾ, ਨਹੀਂ ਨਹੀਂ ਇਹ ਨਾ ਕਰੋ, ਪੰਗੇ ਨਾ ਲਓ, ਹਨਾ। ਚਲੋ ਪਾਪਾ ਨੇ ਬੇਟੀ ਦੀ ਗੱਲ ਮੰਨੀ ਤੇ ਬਾਲ ਨੂੰ ਮਾਰੀ, ਜਿੰਨਾ ਫੁੱਲ ਫੋਰਸ ਦੇ ਨਾਲ, ਇੱਕ ਵਾਰੀ ਮਾਰੀ, ਦੋ ਵਾਰੀ ਮਾਰੀ, ਕਿੱਕ ਮਾਰੀ ਤੇ ਸੱਚੀ ਬਾਲ ਪੇੜ ਵਿੱਚ ਫਸ ਗਈ। ਤੇ ਪਹਿਲੇ ਮੈਂ ਰੋਕ ਰਹੀ ਸੀ, ਨਹੀਂ 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 ਹੋਣਾ, ਨਹੀਂ ਕਰੋ, ਬਟ ਉਹ ਦੋਨੋਂ ਜਾਣੇ ਆਪਣੇ ਸ਼ਰਾਰਤ ਦੇ ਮੂਡ ਸੀਗੇ, ਖੁਸ਼ੀ ਦੇ ਮਾਹੌਲ ਸੀਗੇ, ਨਹੀਂ ਨਹੀਂ ਅਸੀਂ ਕਰਾਂਗੇ। ਫਿਰ ਜਦੋਂ ਬਾਲ ਫਸ ਗਈ, ਮੈਂ ਫਿਰ ਰੌਲਾ ਪਾਣਾ ਸ਼ੁਰੂ ਕਰਤਾ, ਇਹ ਨਹੀਂ ਹੁਣ ਉਤਰਨੀ ਤੁਹਾਡੇ ਤੋਂ, ਇਹ ਤੁਸੀਂ ਕਿੱਦਾਂ ਉਤਰੇਗੀ, ਪੇੜ ਤੇ ਚੜਨ ਦੀ ਕੋਈ ਟਹਿਨੀਆਂ ਵੀ ਨਹੀਂ, ਬਿਕਾਜ਼ ਉਹ ਪੇੜ ਬਿਲਕੁਲ ਥੱਲੋਂ ਸਟ੍ਰੇਟ ਹੁੰਦਾ, ਬ੍ਰਾਂਚੇਸ ਬਹੁਤ ਉੱਪਰ ਜਾ ਕੇ ਸ਼ੁਰੂ ਹੁੰਦੀਆਂ। 10-15 ਫੁੱਟ ਤੋਂ ਸਟ੍ਰੇਟ ਹੀ ਜਾ ਰਿਹਾ ਸੀ ਪੇੜ। ਤੇ ਫਿਰ ਕੀ ਹੋਇਆ, ਜਤਿੰਦਰ ਜੀ ਨੇ, ਮਤਲਬ ਮੇਰੇ ਹਸਬੈਂਡ ਨੇ ਕੋਸ਼ਿਸ਼ ਕੀਤੀ, ਥੱਲੋਂ ਚੱਕ ਕੇ ਪੱਥਰ ਮਾਰਿਆ, ਫਿਰ ਸੋਟੀ ਮਾਰੀ, ਫਿਰ ਟਹਿਨੀ ਮਾਰੀ, ਕਰਦੇ ਕਰਾਂਦਿਆਂ ਬਾਲ ਨੀਚੇ ਆ ਗਈ, ਮਤਲਬ ਨਿਸ਼ਾਨਾ ਲੱਗ ਗਿਆ ਤੇ ਬਾਲ ਨੀਚੇ ਆ ਗਈ। ਜਦੋਂ ਬਾਲ ਨੀਚੇ ਆਈ, ਮੇਨ ਉਸ ਟਾਈਮ ਤੇ ਮੇਰਾ ਜਿਹੜਾ ਅੰਦਰਲਾ ਇੱਕ ਹੈਰਾਨਗੀ ਕਹਿ ਲੋ, ਵਿਸਮਾਦ ਕਹਿ ਲੋ, ਬਾਲ ਨੀਚੇ ਆਏ ਤੇ ਬੱਚਾ ਇੰਨੀ ਪਿਆਰੀ ਕਿਲਕਾਰੀਆਂ, ਇੰਨੀਆਂ ਤਾੜੀਆਂ ਮਾਰ ਕੇ ਹੱਸ ਕੇ ਤੇ ਫਿਰ ਉਹਨੂੰ ਸਮਝ ਨਹੀਂ ਆਈ, ਫਿਰ ਉਹਨੇ ਪਾਪਾ ਨੂੰ ਜੱਫੀ ਪਾਈ, ਫਿਰ ਬੋਲ ਚੱਕੀ। ਤਾਂ ਮਤਲਬ ਮੈਂ ਉਹ ਇੱਕ ਇਮੋਸ਼ਨ ਦੇ ਵਿੱਚ ਦੋ ਤਿੰਨ ਚੀਜ਼ਾਂ ਮੈਨੂੰ ਦਿਖੀਆਂ ਕਿ ਇੱਕ ਤਾਂ ਖੁਸ਼ੀ, ਮਤਲਬ ਇੱਕ ਅਚੰਭਾ ਹੋ ਕੇ ਖੁਸ਼ੀ, ਇੱਕ ਮਤਲਬ ਇੱਕ ਅਚਰਜਤਾ ਦਾ ਵੀ ਇੱਕ ਰਸ ਹੈ। ਤੇ ਜਦੋਂ ਹੈਰਾਨ ਹੋਈ ਵੀ ਇਹ ਕਿੱਦਾਂ ਨੀਚੇ ਆ ਗਈ, ਉਹਨੂੰ ਦੇਖ ਕੇ ਇੱਕ ਰਸ ਚ ਚਲੀ ਗਈ। ਫਿਰ ਉਸਨੇ ਸ਼ੁਕਰ ਦੇ ਵਜੋਂ ਕਿ ਮੇਰੀ ਬਾਲ ਮੈਨੂੰ ਮਿਲੀ, ਆਪਣੇ ਪਾਪਾ ਨੂੰ ਜੱਫੀ ਪਾਈ। ਫਿਰ ਜਿਸ ਵੇ ਚ ਉਹ ਆਪਣੇ ਪਾਪਾ ਨੂੰ ਕਹਿ ਰਹੀ ਸੀਗੀ ਕਿ ਇਸ ਨੂੰ ਤੁਸੀਂ ਨੀਚੇ ਉਤਾਰ ਸਕਦੇ ਹੋ, ਉਹ ਇੱਕ ਭਰੋਸਾ ਦਿਖਿਆ।
ਸੋ 3-4 ਚੀਜ਼ਾਂ ਮੈਨੂੰ ਦਿਖ ਗਈਆਂ। ਅਸਚਰਜਤਾ ਦਾ ਰਸ ਦਿਖਿਆ, ਭਰੋਸਾ ਦਿਖਿਆ, ਉਹਦੀ ਗ੍ਰੇਟਫੁਲਨੈਸ, ਉਹਦਾ ਸ਼ੁਕਰਾਨਾ ਦਿਖਿਆ, ਉਹਦੀ ਖੁਸ਼ੀ ਦਿਖੀ। ਤੇ ਇਹ ਸਾਰਾ ਕੁਝ ਦੇਖ ਕੇ ਨਾ ਮੈਂ ਇੱਕ ਜਿਹਨੂੰ ਕਹਿ ਲਓ ਵੀ ਵਿਸਮਾਦ, ਜਿਹਨੂੰ ਮੈਂ ਸਿਰਫ ਸਮਝਦੀ ਸੀ ਵਿਸਮਾਦ ਦਾ ਮਤਲਬ ਹੈ ਅਸਚਰਜਤਾ, ਤੇ ਮੈਂ ਅਸਚਰਜਤਾ ਵਿੱਚ ਚਲੀ ਗਈ। ਤੇ ਫਿਰ ਮੈਨੂੰ ਲੱਗਿਆ ਵੀ ਵਿਸਮਾਦ ਕੱਲਾ ਹੈਰਾਨਗੀ ਨਹੀਂ ਹੈ, ਹੈਰਾਨਗੀ ਦਾ ਇੱਕ ਰਸ ਹੈ, ਉਹਦੇ ਵਿੱਚ ਇੱਕ ਭਰੋਸਾ, ਉਹਦੇ ਵਿੱਚ ਇੱਕ ਖੁਸ਼ੀ ਹੈ, ਉਹਦੇ ਵਿੱਚ ਇੱਕ ਸ਼ੁਕਰਾਨਾ ਹੈ। ਜਦੋਂ ਇਹ 4 ਚੀਜ਼ਾਂ ਮੈਂ ਵੇਖੀਆਂ ਤਾਂ ਮੇਰਾ ਦਿਲ ਕੀਤਾ ਵੀ ਮੈਂ ਵਿਸਮਾਦ ਨੂੰ ਐਕਸਪਲੋਰ ਕਰਾਂ ਕਿ ਵਿਸਮਾਦ ਅਵਸਥਾ ਕੱਲੀ ਅਸਚਰਜਤਾ, ਕੱਲੀ ਹੈਰਾਨਗੀ ਨਹੀਂ ਹੈਗੀ, ਕੁਝ ਗੁਣਾਂ ਦਾ ਸੰਗ੍ਰਹਿ ਹੈ ਨਾ। ਤੇ ਅੱਛਾ, ਫਿਰ ਇਹ ਗੱਲ ਹੋਣ ਤੋਂ ਬਾਅਦ ਮੈਂ ਆਪਣੇ ਹਸਬੰਡ ਨੂੰ ਕਿਹਾ, ਮੈਂ ਕਿਹਾ ਕਮਾਲ ਹੋ ਗਈ ਬਈ, ਇਸ ਤਰ੍ਹਾਂ ਦੇ ਇਮੋਸ਼ਨ ਜਨਰੇਟ ਹੋਏ। ਇੱਕ ਵੱਡੇ ਟਰੀਜ਼ ਚ ਕੁਦਰਤ ਚ ਗਏ ਅਸੀਂ, ਬਾਲ ਮਾਰੀ ਹੈ ਨਾ, ਤੇ ਉਹ ਮੈਨੂੰ ਹੈਰਾਨਗੀ ਨਾਲ ਵੇਖ ਕੇ ਕਹਿੰਦੇ ਮੈਨੂੰ ਇਸ ਗੱਲ ਦਾ ਵਿਸਮਾਦ ਹੋ ਰਿਹਾ ਵੀ ਤੇਰੇ ਦਿਮਾਗ 'ਚ ਏਦਾਂ ਦੇ ਵਿਸਮਾਦ ਰੂਪੀ ਇਮੋਸ਼ਨਸ ਆ ਰਹੇ ਨੇ, ਹਨਾ। ਤੇ ਨਾਲ ਹੀ ਮੈਂ ਸੋਚਿਆ ਕਿ ਮੈਂ ਆਪ ਤਾਂ ਨਹੀਂ ਲੈ ਕੇ ਆ ਰਹੀ, ਹਨਾ, ਮੈਂ ਤੇ ਕੋਈ ਪ੍ਰੈਕਟਿਸ ਨਹੀਂ ਕੀਤੀ ਕਿ ਮੈਂ ਵਿਸਮਾਦ 'ਚ ਜਾਵਾਂ, ਵੀ ਸ਼ਾਇਦ ਇਹ ਵਾਹਿਗੁਰੂ ਜੀ ਦਾ ਕੋਈ ਜਿਹਨੂੰ ਕਹਿੰਦੇ ਕਿਰਪਾ ਹੈ, ਦੇਣ ਹੈ। ਕਿਉਂਕਿ ਜਦੋਂ ਤੁਸੀਂ ਛੋਟੇ ਲਾਈਫ ਦੇ ਡੇਲੀ ਰੂਟੀਨ ਦੇ ਵਿੱਚ ਕਦੀ ਬੱਚਿਆਂ ਨਾਲ, ਕਦੀ ਕੁਦਰਤ ਦੀ ਗੋਦ ਵਿੱਚ, ਹਨਾ, ਜਾਂ ਕਦੀ ਕਿਸੇ ਉਸਤਾਦਾਂ ਨੂੰ ਸੁਣ ਕੇ ਕੋਈ ਚੀਜ਼ਾਂ ਨੂੰ ਮਤਲਬ ਕਿ ਦੇਖਦੇ ਹੋ ਜਿਹੜੀਆਂ ਤੁਹਾਡੀ ਸਮਝ ਤੋਂ ਬਾਹਰ ਹੈ, ਜਾਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਰਹੱਸ ਹੈ, ਕੋਈ ਸੀਕ੍ਰੇਟ ਹੈ, ਹਨਾ, ਤੇ ਉਹ ਚੀਜ਼ਾਂ ਦੇ ਨਾਲ ਤੁਹਾਨੂੰ ਇੱਕ ਵਿਸਮਾਦ ਆਉਂਦਾ ਹੈ ਤੇ ਜਿਹੜਾ ਤੁਹਾਨੂੰ ਪੂਰੀ ਬਾਡੀ ਦੇ ਵਿੱਚ ਚਰਨਾਹਟ, ਇੱਕ ਖੁਸ਼ੀ ਦੇ ਨਾਲ ਭਰ ਜਾਂਦਾ ਹੈ, ਹਨਾ। ਸੋ ਇਹ ਇੱਕ ਐਗਜ਼ਾਮਪਲ ਸੀ। ਤੇ ਏਦਾਂ ਹੀ ਇੱਕ ਐਗਜ਼ਾਮਪਲ ਹੋਰ ਹੋਈ, ਛੋਟੀ ਜੀ ਗੱਲ ਹੈ ਤੇ ਵੈਸੇ ਬਿਲਕੁਲ ਘਰੇਲੂ ਗੱਲ, ਪਰ ਮੈਂ ਸ਼ੇਅਰ ਤਾਂ ਕਰਨਾ ਚਾਹੁੰਦੀ ਹਾਂ ਵੀ ਇਹ ਦੋਨੋਂ ਗੱਲਾਂ ਤੋਂ ਬਾਅਦ ਮੇਰਾ ਵਿਸਮਾਦ ਨੂੰ ਐਕਸਪਲੋਰ ਕਰਨ ਤੇ ਰੁਚੀ ਵਧੀ। ਸੋ ਦੂਜੀ ਕੀ ਗੱਲ ਹੋਈ, ਅਸੀਂ ਤੁਹਾਨੂੰ ਪਤਾ ਹੀ ਹੋਣਾ ਵੀ ਆਪਣੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਬੋਲੀ ਦਾ ਫਰਕ ਹੈ, ਕੰਮਾਂ ਕਾਰਾਂ ਦੇ ਤਰੀਕਿਆਂ ਦਾ ਫਰਕ ਹੈ, ਹਨਾ। ਤਾਂ ਸਾਡੇ ਉਧਰ ਲੁਧਿਆਣੇ ਵੱਲ ਜਿਹੜਾ ਫੁਲਕਾ ਚੋਪੜਦੇ ਨੇ ਨਾ, ਉਹ ਇੱਕ ਪਾਸੇ ਚੋਪੜਦੇ ਨੇ, ਤੇ ਇਧਰਲੇ ਪਾਸੇ ਜਿੱਧਰ ਹੁਣ ਮੈਂ ਆਪਣੇ ਸਹੁਰਾ ਪਰਿਵਾਰ ਆਈ, ਇਹ ਚੋਪੜਦੇ ਨੇ ਦੂਜੇ ਪਾਸੇ। ਤੇ ਹੁਣ ਹੁੰਦਾ ਕੀ ਹੈ ਵੀ ਇੱਕ ਜਾਣਾ ਦੂਜੇ ਜਾਣੇ ਨੂੰ ਕਹੇਗਾ, ਵੀ ਸੱਸ ਨੂੰ ਕਹੇਗੀ ਵੀ ਤੂੰ ਪੁੱਠੇ ਪਾਸੇ ਚੋਪੜਦੀ ਹੈ, ਤੇ ਨੂੰ ਸੱਸ ਨੂੰ ਕਹੇਗੀ ਨਹੀਂ ਤੁਸੀਂ ਪੁੱਠੇ ਪਾਸੇ ਚੋਪੜਦੇ ਹੋ, ਹੈਨਾ। ਤੇ ਹੋਇਆ ਕਿ ਮੈਂ, ਸਾਡੀ ਤਾਂ ਚਲੋ ਇਹ ਗੱਲ ਨਾਰਮਲ ਸੀ, ਸਾਡੇ ਘਰ ਹੈਲਪਰ ਆਈ ਤੇ ਹੈਲਪਰ ਨੂੰ ਮੈਂ ਥੋੜਾ ਡਾਂਟ ਕੇ ਕਹਿਤਾ ਤੂੰ ਪੁੱਠੇ ਪਾਸੇ ਚੋਪੜ ਰਹੀ ਹੈ, ਹਨਾ। ਨਾਲ ਦੀ ਨਾਲ ਮੇਰੇ ਅੰਦਰੋਂ ਇੱਕ ਆਵਾਜ਼ ਆਈ ਕਿ ਮਨਾ, ਵੀ ਪੁੱਠਾ ਪਾਸਾ ਉਹਦੇ ਲਈ ਤਾਂ ਸਿੱਧਾ ਹੈ, ਮੇਰੇ ਲਈ ਪੁੱਠਾ ਹੈ। ਮੇਰੀ ਸਮਝ ਨੇ ਜਿਸ ਚੀਜ਼ ਨੂੰ ਸਿੱਧਾ ਸਮਝਿਆ ਅੱਜ ਤੱਕ, ਤੇ ਮੈਂ ਉਹਨੂੰ ਫਿਕਸ ਕਰ ਲਿਆ। ਜਦੋਂ ਮੈਂ ਕਿਸੇ ਇੱਕ ਮਿਲੇ ਹੋਏ ਗਿਆਨ ਨੂੰ, ਜਿਵੇਂ ਮੇਰੇ ਮਾਪਿਓ ਤੋਂ ਮਿਲਿਆ ਜਾਂ ਮੇਰੇ ਮਾਹੌਲ ਦੇ ਵਿੱਚ ਇਹ ਕੰਮ ਇਸ ਤਰ੍ਹਾਂ ਹੋ ਰਿਹਾ ਸੀ, ਮੈਂ ਉਹਨੂੰ ਲਰਨ ਕਰ ਲਿਆ। ਲਰਨ ਕਰਨ ਤੋਂ ਬਾਅਦ ਮੈਂ ਉਹਨੂੰ ਫਿਕਸ ਕਰ ਲਿਆ। ਫਿਕਸ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਇਹੀ ਠੀਕ ਹੈ, ਇਹੀ ਤਰੀਕਾ ਠੀਕ ਹੈ, ਤੇ ਜੋ ਇਸ ਤੋਂ ਉਲਟ ਕਰੇਗਾ ਉਹ ਗਲਤ ਹੈ। ਤੇ ਜਦੋਂ ਮੈਂ ਉਹਨੂੰ ਟੋਕਿਆ ਕਿ ਤੂੰ ਪੁੱਠੇ ਪਾਸੇ, ਨਾਲ ਦੀ ਨਾਲ ਅੰਦਰੋਂ ਆਵਾਜ਼ ਆਈ ਮਨਾ, ਨਹੀਂ ਫਿਕਸ ਨਹੀਂ ਹੋਣਾ। ਜਿੱਥੇ ਅਸੀਂ ਫਿਕਸ ਹੋ ਗਏ, ਜਿੱਥੇ ਮੈਂ ਕਹਿ ਲਿਆ ਕਿ ਜਿੰਨਾ ਮੈਨੂੰ ਗਿਆਨ ਹੈਗਾ ਉੱਥੇ ਤੱਕ ਹੀ ਸਹੀ ਗਿਆਨ ਹੈ, ਤਾਂ ਮੈਂ ਕਿਹਾ ਇਹ ਤਾਂ ਫਿਰ ਮੇਰੀ ਕਠੋਰਤਾ ਹੋ ਗਈ, ਇਹ ਤਾਂ ਮੈਂ ਫਿਕਸ ਹੋ ਗਈ। ਸੋ ਮੈਂ ਵਿਸਮਾਦ ਵਿੱਚ ਫਿਰ ਵਿਸਮਾਦ ਆ ਗਿਆ ਵੀ ਵਾਹ, ਇਧਰੋਂ ਵੀ ਚੋਪੜਦੇ ਆ। ਸੋ ਨਾਲ ਦੀ ਨਾਲ ਮੇਰੀ ਗੱਲ ਇੱਕ ਹੋਰ ਆਈ ਕਿ ਅਗਰ ਸਾਡਾ ਐਟੀਟਿਊਡ ਏਦਾਂ ਹੋ ਜਾਏ, ਘਰਾਂ ਦੇ ਵਿੱਚ ਏਦਾਂ ਦੀਆਂ 100 ਗੱਲਾਂ ਹੁੰਦੀਆਂ, ਆਫਿਸਿਸ ਦੇ ਵਿੱਚ ਏਦਾਂ ਦੀਆਂ 1000 ਗੱਲਾਂ ਹੁੰਦੀਆਂ, ਜਿਹਦੇ ਵਿੱਚ ਅਸੀਂ ਕੋਈ ਪ੍ਰਾਪਤ ਕੀਤਾ ਹੋਇਆ ਹੁਣ ਤੱਕ ਗਿਆਨ ਜਿਹੜਾ ਹੈ ਉਸਨੂੰ ਸਹੀ ਸਮਝਿਆ ਹੁੰਦਾ, ਸਹੀ ਸਮਝਣ ਤੋਂ ਬਾਅਦ ਫਿਰ ਅਸੀਂ ਸਭ ਦੇ ਨਾਲ ਲੜ ਬੈਠਦੇ ਹਾਂ ਕਿ ਨਹੀਂ ਜੀ ਇਹੀ ਠੀਕ ਹੈ। ਜਦੋਂ ਤੱਕ ਅਸੀਂ ਇਸ ਤਰ੍ਹਾਂ ਅੜੇ ਰਵਾਂਗੇ, ਉਦੋਂ ਤੱਕ ਅਸੀਂ ਵਿਸਮਾਦ ਦਾ ਇੱਕ ਭਰਪੂਰ ਆਨੰਦ ਨਹੀਂ ਲੈ ਸਕਾਂਗੇ, ਹੈ ਨਾ। ਸੋ ਹਾਂਜੀ, ਸੋ ਇੱਕ ਬੜੇ ਵੱਡੇ ਰਿਸਰਚਰ ਨੇ, ਜਿਹੜੇ ਟ੍ਰੇਨਰ ਵੀ ਨੇ US ਦੇ ਵਿੱਚ, ਮੈਂ ਉਹਨਾਂ ਦਾ ਨਾਮ ਨੋਟ ਕਰਨਾ ਭੁੱਲ ਗਈ। ਉਹ ਕੀ ਕਰਦੇ ਨੇ, ਜਿਹੜੇ ਟੌਪਰਸ ਹੁੰਦੇ ਨੇ ਆਲ ਓਵਰ ਯੂਨੀਵਰਸਿਟੀਜ਼, ਜਦੋਂ ਉਹ ਆਪਣੀ ਗਰੂਮਿੰਗ ਵਾਸਤੇ ਜਾਂਦੇ ਨੇ ਨਾ,
ਉਹ ਕਹਿੰਦੇ ਵੀ ਜਿਹੜੇ ਸਭ ਤੋਂ ਵੱਡੇ ਟੌਪਰਸ ਹੁੰਦੇ ਆ, ਸਭ ਤੋਂ ਔਖਾ ਉਹਨਾਂ ਨੂੰ ਅਨਲਰਨ ਕਰਵਾਉਣਾ, ਕਿਉਂਕਿ ਉਹਨਾਂ ਨੇ ਟੌਪ ਕੀਤਾ ਹੋਇਆ ਹੁੰਦਾ, ਜਿੰਨਾ ਉਹਨਾਂ ਨੇ ਗਿਆਨ ਪ੍ਰਾਪਤ ਕੀਤਾ ਹੋਇਆ ਹੁੰਦਾ, ਉਹ ਕਹਿੰਦੇ ਕਿ ਇਹੀ ਠੀਕ ਹੈਗਾ, ਹੈ ਨਾ। ਤੇ ਉਹ ਕਹਿੰਦੇ ਕਿ ਹਮੇਸ਼ਾ ਇਹ ਐਟੀਟਿਊਡ ਲੈ ਕੇ ਚੱਲਣਾ ਚਾਹੀਦਾ ਹੈ, ਸਮਟਾਈਮਸ ਯੂ ਡੋਂਟ ਨੋ what you think you do। ਤੇ ਸੇਮ ਗੱਲ ਮੈਨੂੰ ਮਸਕੀਨ ਜੀ ਦੀ ਕਥਾ ਚੋਂ ਮਿਲੀ। ਮਸਕੀਨ ਜੀ ਕਹਿੰਦੇ ਆ ਕਿ ਅਸੀਂ ਆਪਣਾ ਐਟੀਟਿਊਡ ਰੱਖਣਾ ਕਿ ਜੋ ਸਾਨੂੰ ਪਤਾ ਹੈ ਅਸਲ ਵਿੱਚ ਸਾਨੂੰ ਪਤਾ ਨਹੀਂ ਹੈ। ਸੋ ਇਹ ਬੜੀ ਡੂੰਗੀ ਜੀ ਗੱਲ ਹੈ। ਇਹ ਗੱਲਾਂ ਆਪਾਂ ਕਈ ਵਾਰੀ ਬਿਲਕੁਲ ਸਿਰਫ ਅਧਿਆਤਮਕ ਲੈਵਲ ਤੇ ਹੀ ਇਸ ਨੂੰ ਫਿੱਟ ਕਰਦੇ ਹਾਂ, ਮਤਲਬ ਅਸੀਂ ਪ੍ਰੈਕਟੀਕਲ ਲਾਈਫ ਦੇ ਵਿੱਚ ਨਹੀਂ ਸੋਚਦੇ ਕਿ ਹਾਂ ਭਾਈ, ਹਨਾ, ਅਗਰ ਇਹ ਐਟੀਟਿਊਡ ਹੁੰਦਾ ਹੈ ਸਾਡਾ, ਤੇ ਫਿਰ ਅਸੀਂ, ਮੈਨੂੰ ਲੱਗਦਾ ਕਿ ਚਾਹੇ ਬੱਚਾ ਹੈ, ਚਾਹੇ ਬਜ਼ੁਰਗ ਹੈ, ਚਾਹੇ ਮੇਰਾ ਕੋਲੀਗ ਹੈ, ਹਰ ਕਿਸੇ ਦੀ ਗੱਲ ਨੂੰ ਸੁਣਦੇ ਹਾਂ। ਸੁਣਨ ਵੇਲੇ ਅੰਦਰ ਨਿਮਰਤਾ ਵਿੱਚ ਹੁੰਦੇ ਹਾਂ ਕਿ ਮੇਰੀ ਸਮਝ ਤੋਂ ਪਰੇ ਵੀ ਕੁਝ ਹੈ, ਮੇਰਾ ਜਿੰਨਾ ਗਿਆਨ ਹੈ ਮੈਨੂੰ ਸ਼ੋਰ ਹੈ ਕਿ ਉਹ ਕਰੈਕਟ ਹੈ, ਪਰ ਉਸ ਤੋਂ ਅੱਗੇ ਵੀ ਕੁਝ ਹੈ। ਇਹਨੂੰ ਅਸੀਂ ਇੱਕ ਪੰਜਾਬੀ ਦੀ ਬੋਲੀ ਚ ਰਹੱਸ ਵੀ ਕਹਿੰਦੇ ਆ। ਸੋ ਮੈਂ ਇੱਥੇ ਇੱਕ ਸਟਾਪ ਲਗਾ ਕੇ ਵਿਸਮਾਦ ਦਾ ਤੁਹਾਡੇ ਨਾਲ ਕੁਝ ਸ਼ੇਅਰ ਕਰਨਾ ਚਾਹੁੰਦੀ ਹਾਂ। ਸੋ ਆਪ ਜੀ ਦੀ ਸਕਰੀਨ ਤੇ ਦਿਖ ਰਿਹਾ ਹੋਏਗਾ 4 ਤਰ੍ਹਾਂ ਦੇ ਇੱਥੇ ਹਾਰਮੋਨਸ ਨੇ, ਡੋਪਾਮਾਈਨ, ਆਕਸੀਟੋਸਿਨ, ਸੈਰੋਟੋਨਿਨ, ਐਂਡੋਰਫਿਨ। ਇਹ ਬਹੁਤੇ ਜਾਣਿਆਂ ਨੂੰ ਅੱਜ ਕੱਲ ਜੇ ਆਪਾਂ ਗੂਗਲ ਕਰਦੇ ਆ ਸਭ ਨੂੰ ਪਤਾ ਹੈ ਨਾ, ਸਾਰੇ ਹਾਰਮੋਨਸ ਨੂੰ ਕਿਹਾ ਜਾਂਦਾ ਹੈ ਹੈਪੀ ਹਾਰਮੋਨਸ। ਸੋ ਹੁਣ ਰਿਸਰਚ ਹੋਈ ਆ ਵੀ ਹੈਪੀ ਹਾਰਮੋਨਸ ਦੀ ਡੈਫੀਸ਼ੀਐਂਸੀ ਜਿਹੜੀ ਹੈ, ਇਹਨਾਂ ਦੀ ਜਿਹੜੀ ਡੈਫੀਸ਼ੀਐਂਸੀ ਹੈ, ਉਹਦੇ ਨਾਲ ਤੁਹਾਨੂੰ ਕੀ ਪ੍ਰੋਬਲਮ ਹੋ ਸਕਦੀ ਹੈ, ਹੈਨਾ। ਸਾਨੂੰ ਕੀ ਪ੍ਰੋਬਲਮ ਹੋ ਸਕਦੀ ਹੈ? ਇਕਾਗਰਤਾ ਦੀ ਕਮੀ, ਜਿਵੇਂ ਕਨਸੈਂਟਰੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ। ਫਿਰ ਅਸੀਂ ਪ੍ਰੋਕ੍ਰਾਸਟੀਨੇਟ, ਜਿਹਨੂੰ ਕਹਿੰਦੇ ਆ ਡਿਲੇ ਕਰਨਾ, ਅੱਜ ਸਵੇਰ ਦਾ ਕੰਮ ਸ਼ਾਮੀ ਕਰਤਾ, ਸ਼ਾਮ ਦਾ ਕੰਮ ਕੱਲ ਤੇ ਪਾਤਾ, ਹੈਨਾ। ਇਹ ਵੀ ਇੱਕ ਸਾਡੇ ਏਜ ਗਰੁੱਪ 'ਚ ਬੜੀ ਵੱਡੀ ਸਮੱਸਿਆ ਹੈ। ਅਸੀਂ ਡਿਪਰੈਸ਼ਨ ਦੇ ਬੜੇ ਮੂਡ ਸਵਿੰਗਸ ਦੇ ਸ਼ਿਕਾਰ ਹੁੰਦੇ ਆ, ਹਨਾ। ਫਿਰ ਉਤਸ਼ਾਹ ਦੀ ਬਹੁਤ ਜ਼ਿਆਦਾ ਕਮੀ ਰਹਿੰਦੀ ਹੈ, ਹਨਾ। ਕਿਸੇ ਵੀ ਕੰਮ ਨੂੰ ਕਰਕੇ ਏਦਾਂ ਨਹੀਂ ਕਿ ਜਿੱਦਾਂ ਭੱਜ ਕੇ ਅਸੀਂ ਕੋਈ ਕੰਮ ਮਿਲਿਆ ਤੇ ਉਹਨੂੰ ਕਰਨ ਬੈਠੇ ਆ, ਮਤਲਬ ਕੋਈ ਚੀਜ਼ ਨਾ ਉਨੀ ਉਹ ਨਹੀਂ ਲੱਗਦੀ ਉਤਸ਼ਾਹਜਨਕ, ਨਾਰਮਲ ਲੱਗਦਾ ਹੈ, ਮਤਲਬ ਆਮ। ਬੋਰੀਅਤ ਜ਼ਿਆਦਾ ਹੈ ਸਾਡੀ ਲਾਈਫ 'ਚ। ਫਿਰ ਸਾਡੀ એનર્ਜੀ, ਮਤਲਬ ਖਾਸ ਕਰਕੇ ਸਾਡੀ ਜਨਰੇਸ਼ਨ ਦੀ ਮੈਂ ਗੱਲ ਕਰ ਰਹੀ ਹਾਂ, એનર્ਜੀ ਸਾਡੀ ਲੋ ਰਹਿੰਦੀ ਹੈ, ਥੱਕੇ ਰਹਿੰਦੇ ਆ ਹਮੇਸ਼ਾ, ਹਨਾ। ਚਿੰਤਾਵਾਂ, ਫਿਕਰਾਂ, ਸੋ ਨੀਂਦੇ ਦੀ ਪ੍ਰੋਬਲਮ ਬੜੀ ਹੈ। ਸੋ ਲੋਨਲੀਨੈਸ ਵੀ ਬਹੁਤ ਹੈ, ਇਹ ਪ੍ਰੋਬਲਮ ਵੀ ਬਹੁਤ ਹੈ। ਫਿਰ ਪੇਨਸ ਹੈਗੀਆਂ, ਹਨਾ। ਕੰਪਲਸਿਵ ਬਿਹੇਵੀਅਰ ਹੈ ਸਾਡਾ, ਜਿਵੇਂ ਕਿ ਪਤਾ ਹੀ ਨਹੀਂ ਲੱਗਦਾ, ਚੱਕਿਆ ਫੋਨ ਫੇਰ ਦੇਖਣ ਲੱਗ ਗਏ, ਨਹੀਂ ਵੀ ਕੁਝ ਕਰਨਾ ਹੁੰਦਾ। ਹੋਰ ਵੀ ਕਈ ਜਗ੍ਹਾਵਾਂ ਤੇ ਸਾਡਾ ਕੰਪਲਸਿਵ ਬਿਹੇਵੀਅਰ ਹੁੰਦਾ ਹੈ, ਹਨਾ। ਜੋ ਚੀਜ਼ਾਂ ਅਸੀਂ ਕਰਨਾ ਚਾਹੁੰਦੇ ਨਹੀਂ ਕਰਨਾ ਚਾਹੁੰਦੇ, ਆਪਣੇ ਆਪ ਹੀ ਹੋ ਰਹੀਆਂ, ਕਿਉਂਕਿ ਅੰਦਰ ਸਾਡੇ ਕੀ ਹੋ ਰਿਹਾ ਹੈ, ਕੋਈ ਡਿਪਰੈਸ਼ਨ ਹੈ, ਕੋਈ ਹੈਪੀ ਕੈਮੀਕਲਸ ਦੀ ਕਮੀ। ਸੋ ਇਹ ਮੈਂ ਜਿੰਨੇ ਵੀ ਤੁਹਾਡੇ ਸਾਹਮਣੇ ਕੈਮੀਕਲਸ ਸ਼ੇਅਰ ਕੀਤੇ, ਇਹਦਾ ਹੁਣ ਵਿਸਮਾਦ ਨਾਲ ਕੀ ਕਨੈਕਸ਼ਨ ਆਪਾਂ ਕੱਢਿਆ, ਜਾਂ ਫਿਰ ਮੇਰਾ ਇਧਰਲੇ ਪਾਸੇ ਕਿਉਂ ਬਾਰ-ਬਾਰ ਧਿਆਨ ਜਾਂਦਾ ਸੀਗਾ? ਧਿਆਨ ਮੇਰਾ ਇਸ ਕਰਕੇ ਗਿਆ ਕਿ ਮੈਂ ਜਿਵੇਂ ਆਪ ਜੀ ਨੂੰ ਪਾਰਕ ਵਾਲਾ ਇਨਸੀਡੈਂਟ ਦੱਸਿਆ, ਕਿ ਉਹ ਛੋਟਾ ਜਿਹਾ ਮੂਮੈਂਟ ਜਿਸ ਦੇ ਵਿੱਚ ਖੁਸ਼ੀ ਦੀਆਂ ਕਿਲਕਾਰਨੀਆਂ, ਸ਼ੁਕਰਾਨਾ, ਉਸ ਮੂਮੈਂਟ ਨੇ ਜਦੋਂ ਅੱਖਾਂ ਤੋਂ ਕੋਈ ਭਾਰ ਚੱਕਿਆ ਜਾਂਦਾ ਨਾ, ਐਨ ਜਦੋਂ ਬੰਦਾ ਫਰੈਸ਼ ਹੋ ਜਾਂਦਾ ਹੈ, ਇੱਕ ਐਵੇਂ ਦੀ ਅਹਿਸਾਸ ਦਿੱਤਾ, ਹਨਾ। ਤੇ ਉਹ ਕੀ ਹੋਇਆ, ਸ਼ਾਇਦ ਹੈਪੀ ਕੈਮੀਕਲ ਜਨਰੇਟ ਹੋਏ ਤੇ ਤੁਸੀਂ ਉਹ ਖੁਸ਼ੀ ਦੇ ਮੋਡ ਵਿੱਚ ਚਲੇ। ਬਟ ਹੁਣ ਜਿਵੇਂ ਰਿਸਰਚ ਇੱਥੇ ਕਹਿ ਰਹੀ ਹੈ ਕਿ ਇਹ ਹੈਪੀ ਜਿਹੜੇ ਕੈਮੀਕਲਸ ਹੈ, ਇਹਨਾਂ ਦੀ ਘਾਟ ਕਰਕੇ ਸਾਨੂੰ ਆ ਲਾਮਤਾਂ, ਆ ਲੱਛਣ, ਇਹ ਪ੍ਰੋਬਲਮ ਸਾਨੂੰ ਆਉਂਦੀਆਂ। ਪਰ ਇਹਨਾਂ ਨੇ ਕੀ ਕੀਤਾ ਹੋਇਆ, ਆਪਣੀ ਹੀ ਰਿਸਰਚ ਦੇ ਅਕੋਰਡਿੰਗ ਉਹਦਾ ਉਹ ਵੀ ਕੱਢਿਆ ਹੋਇਆ, ਆਪਣਾ ਇਸਦਾ ਉਹ ਵੀ ਕੱਢਿਆ ਹੋਇਆ ਹੱਲ ਵੀ। ਪਰ ਅਸੀਂ ਉਸ ਹੱਲ ਵਾਲੇ ਪਾਸੇ ਨਹੀਂ ਗਏ। ਮੈਂ ਜਿਹੜਾ ਹੱਲ ਕੋਸ਼ਿਸ਼ ਕਰ ਰਹੀ ਸੀ, ਉਹ ਗੁਰੂ ਮਹਾਰਾਜ ਤੋਂ ਟੇਕ ਲੈ ਕੇ, ਗੁਰਬਾਣੀ ਤੋਂ ਵੀ, ਗੁਰੂ ਸਾਹਿਬ ਸਾਨੂੰ ਇਹਨਾਂ ਚੀਜ਼ਾਂ ਦਾ ਹੱਲ ਕੀ ਕਹਿੰਦੇ ਨੇ। ਇਹਦੇ ਨਾਲ ਹੀ ਗੱਲ ਜੁੜਦੀ ਮੈਂ ਆਪ ਜੀ ਨਾਲ ਹੋਰ ਸ਼ੇਅਰ ਕਰਨਾ ਚਾਹੁੰਦੀ ਹਾਂ। ਜਿਵੇਂ ਇਹ ਤਾਂ ਹੋ ਗਿਆ ਲੈਕ ਡੈਫੀਸ਼ੀਐਂਸੀ ਹੈ ਸਾਡੀ, ਹਨਾ।
ਡੈਫੀਸ਼ੀਐਂਸੀ ਕਰਕੇ ਦੇਖੋ ਕੀ ਹੋ ਰਿਹਾ। ਅਦਰਵਾਈਜ਼ यदि ਆਪਾਂ ਗੋਲੀਆਂ ਖਾਣ ਬਹਿ ਜਾਈਏ, ਹੋਮੋਪੈਥਿਕ ਕੋਈ ਦਵਾਈਆਂ ਲੈਣ ਲੱਗ ਜਾਈਏ, ਉਹ ਇੱਕ ਅਲੱਗ ਰਸਤਾ ਹੈ। ਬਟ ਇੱਕ ਆਲਟਰਨੇਟ ਮੈਡੀਸਿਨ ਜਿਹਨੂੰ ਕਹਿੰਦੇ ਆ ਕਾਉਂਸਲਿੰਗ, ਜਾਂ ਫਿਰ ਜਿਹਦੇ ਵਿੱਚ ਵਿਦਆਊਟ ਮੈਡੀਸਿਨ ਟ੍ਰੀਟਮੈਂਟ ਕੀਤਾ ਜਾਂਦਾ, ਉਹਦੇ ਵਿੱਚ ਇਹ ਦੱਸਦੇ ਆ ਵੀ ਚਲੋ ਸੈਰ ਕਰੋ, ਮਤਲਬ ਅਲੱਗ ਤਰ੍ਹਾਂ ਦੇ ਇਹਨਾਂ ਦੇ ਹੱਲ ਹੈਗੇ। ਇਹਦੇ ਨਾਲ ਇੱਕ ਗੱਲ ਹੋਰ ਮੈਂ ਰੱਖਣਾ ਚਾਹੁੰਦੀ ਹਾਂ, ਇੱਕ ਹੋਰ ਰਿਸਰਚ ਹੈਗੀ ਆ, ਹਾਂਜੀ, ਸੋ ਉਹਦੇ ਵਿੱਚ ਉਹਨਾਂ ਨੇ ਦੱਸਿਆ, ਇਹ ਮੈਂ ਤੁਹਾਡੀ ਸਕਰੀਨ ਤੇ ਜੋ ਆ ਰਹੇ ਨੇ ਅਲੱਗ-ਅਲੱਗ ਤਰ੍ਹਾਂ ਦੇ ਇਮੋਸ਼ਨਸ ਹੈ ਨਾ, ਜਿਵੇਂ ਸ਼ੇਮ, ਗਿਲਟ, ਮੈਂ ਥੱਲਿਓਂ ਸ਼ੁਰੂ ਕਰ ਰਹੀ ਹਾਂ, ਅਪੈਥੀ, ਗ੍ਰੀਫ, ਦੁੱਖ, ਡਰ, ਇੱਛਾਵਾਂ, ਗੁੱਸਾ, ਮਾਣ, ਹਿੰਮਤ, ਫਿਰ ਇੱਕ ਨਿਊਟਰੈਲਿਟੀ ਆ ਜਾਂਦੀ ਹੈ। ਉਸ ਤੋਂ ਬਾਅਦ ਫਿਰ ਉਦਮ, ਫਿਰ ਐਕਸੈਪਟੈਂਸ ਭਾਵਨਾ, ਫਿਰ ਰੀਜ਼ਨਿੰਗ ਆ ਜਾਂਦੀ ਹੈ, ਵਾਈ ਐਂਡ ਹਾਊ ਕਰਨਾ ਸ਼ੁਰੂ ਕਰ ਦਿੰਦੇ, ਫਿਰ ਪਿਆਰ, ਖੁਸ਼ੀ, ਸ਼ਾਂਤੀ ਤੇ ਐਨਲਾਈਟਨਮੈਂਟ। ਜੋ ਸਾਡੇ ਪਿੰਕ ਕਲਰ ਦੇ ਬਾਕਸ ਵਿੱਚ ਇਮੋਸ਼ਨਸ ਹੈਗੇ ਆ, ਉਹ ਸਾਰੇ ਇਮੋਸ਼ਨਸ ਜਿਹੜੇ ਨੇ ਉਹ ਹਾਈਐਸਟ ਫ੍ਰੀਕੁਐਂਸੀ ਤੇ ਹੈ। ਮਤਲਬ ਇੱਕ ਜਿੱਦਾਂ ਇਹ ਰਿਸਰਚ ਕਹਿੰਦੀ ਹੈ ਵੀ ਹਰ ਇੱਕ ਇਮੋਸ਼ਨ ਦੀ ਨਾ ਇੱਕ ਵਾਈਬ੍ਰੇਸ਼ਨ ਹੈ। ਆਪਾਂ ਕਈ ਵਾਰੀ ਕਹਿੰਦੇ ਆ ਨਾ, ਮੈਨੂੰ ਸਾਹਮਣੇ ਵਾਲੇ ਦੀ ਵਾਈਬ੍ਰੇਸ਼ਨ ਨਹੀਂ ਠੀਕ ਮਹਿਸੂਸ ਹੋਈ, ਜਾਂ ਮੈਨੂੰ ਬੜੀ ਵਧੀਆ ਵਾਈਬ੍ਰੇਸ਼ਨ ਲੱਗੀ, ਹੈ ਨਾ। ਵਾਈਬ੍ਰੇਸ਼ਨ ਕਿੱਦਾਂ ਪਤਾ ਲੱਗਦੀ ਹੈ? ਤੁਹਾਡੇ ਹਾਰਟ ਦਾ ਇੱਕ ਮੈਗਨੈਟਿਕ ਫੀਲਡ ਹੈ। ਜਿੱਦਾਂ ਦਾ ਤੁਹਾਡਾ ਥਾਟ ਪ੍ਰੋਸੈਸ ਹੈਗਾ, ਜਿੱਦਾਂ ਦੇ ਤੁਹਾਡੇ ਅੰਦਰ ਇਮੋਸ਼ਨਸ ਚੱਲ ਰਹੇ ਨੇ, ਉਹਦਾ ਇੱਕ ਮੈਗਨੈਟਿਕ ਫੀਲਡ ਹੈ। ਅਗਰ ਸੈਂਸਿਟਿਵ ਬੰਦਾ ਤੁਹਾਡੇ ਸੰਪਰਕ ਵਿੱਚ ਆਉਂਦਾ ਤੇ ਉਹ ਜੱਜ ਕਰ ਪਾ ਜਾਂਦਾ ਹੈ, ਮਤਲਬ ਉਹਨੂੰ ਸੁੱਖ ਮਿਲਦਾ ਹੈ ਜਾਂ ਫਿਰ ਨਹੀਂ ਅੱਛਾ ਲੱਗਦਾ। ਚਲੋ ਇਹ ਗੱਲ ਅੱਡ ਹੈ। ਮਤਲਬ ਮੈਂ ਜੋ ਇਹ ਕਹਿਣਾ ਚਾਹੁੰਦੀ ਹਾਂ ਕਿ ਇੱਕ ਲਾਈਨ ਆਫ ਸਟੱਡੀ ਨੇ ਇਹ ਵੀ ਪੜਿਆ ਹੋਇਆ ਹੈ, ਇਹ ਵੀ ਕੱਢਿਆ ਹੋਇਆ ਹੈ ਕਿ ਹਰ ਇੱਕ ਇਮੋਸ਼ਨ ਦੀ ਇੱਕ ਅਲੱਗ-ਅਲੱਗ ਵਾਈਬ੍ਰੇਸ਼ਨ ਹੈ, ਫ੍ਰੀਕੁਐਂਸੀ ਹੈ, ਰਾਈਟ। ਇਸ ਦੇ ਨਾਲ ਇੱਕ ਜੁੜੀ ਹੋਈ ਬਹੁਤ ਜ਼ਿਆਦਾ ਹੈਰਾਨਗੀ ਵਾਲੀ ਗੱਲ ਜੋ ਮੈਨੂੰ ਲੱਗੀ, ਮੇਰਾ ਜੋ ਵਿਸਮਾਦ ਅਵਸਥਾ ਬਹੁਤ ਡੂੰਘਾਈ 'ਚ ਮੈਨੂੰ ਲੱਗਦਾ ਵੀ ਮੈਂ ਇੰਨਾ ਨਹੀਂ ਕਵਰ ਕਰ ਸਕਦੀ। ਮੈਂ ਉਹਦਾ ਇੱਕ ਪੱਖ ਜਿਹੜਾ ਕਿ ਮੇਰਾ ਇੰਟਰਸਟ ਸੀਗਾ, ਜਿਹੜਾ ਮੇਰਾ ਮਨ ਖੋਜਦਾ ਸੀਗਾ, ਉਹ ਇਹ ਸੀ ਕਿ ਉਹਦੇ ਨਾਲ ਜੁੜੇ ਹੋਏ ਇਮੋਸ਼ਨਸ ਮੇਰੇ ਇਮੋਸ਼ਨਸ ਤੇ ਕਿੱਦਾਂ ਫਰਕ ਪਾ ਰਿਹਾ, ਮੇਰੀ ਲਾਈਫ 'ਚ ਕਿੱਦਾਂ ਫਰਕ ਪਾ ਰਿਹਾ। तो मैं ये देखा कि ਜਿਹੜੇ ਫੀਅਰ, ਗ੍ਰੀਫ, ਅਪੈਥੀ, ਗਿਲਟ, ਸ਼ੇਮ ਸਭ ਤੋਂ ਜਿਹੜੇ ਲੋ ਹੈਗੇ ਨੇ ਇਮੋਸ਼ਨ, ਜਿਨ੍ਹਾਂ ਨੂੰ ਲੋ ਲੈਵਲ ਦਾ ਮੈਂ ਕਹਾਂ, ਜਿਨ੍ਹਾਂ ਦੀ ਵਾਈਬ੍ਰੇਸ਼ਨ ਬੜੀ ਲੋ ਹੈ, ਫ੍ਰੀਕੁਐਂਸੀ ਲੋ ਹੈ, ਉਹਨਾਂ ਦੇ ਨਾਲ ਤੁਸੀਂ ਦੇਖ ਲਓ ਕੀ ਜੁੜੀਆਂ ਹੋਈਆਂ ਬੋਡੀ ਦੀਆਂ ਰਿਐਕਸ਼ਨਸ। ਉਹਨਾਂ ਨੂੰ ਲਿਥਾਰਜੀ ਹੈ, ਉਹਨੂੰ ਹਾਰੇ ਹੋਏ ਮਹਿਸੂਸ ਕਰਦੇ ਆ, ਠੀਕ ਹੈ। ਸੋ ਬਸ ਹੋਪਲੈਸ ਹੈ ਨਾ, ਉਦਾਸੀ, ਚਿੰਤਾਵਾਂ। ਸੋ ਇਹਦੇ ਨਾਲ ਜਿਹੜੀ ਜੁੜੀ ਹੋਈ ਇੱਕ ਰਿਸਰਚ ਹੋ ਰਿਹਾ, ਉਹ ਇਹ ਕਹਿੰਦੇ ਵੀ ਕੋਵਿਡ ਦੇ ਦੌਰਾਨ ਉਹਨਾਂ ਨੇ ਕੋਰੋਨਾ ਵਾਇਰਸ ਦੀ ਵਾਈਬ੍ਰੇਸ਼ਨ ਨੂੰ ਸਟੱਡੀ ਕੀਤਾ। ਫਿਰ ਉਹਨਾਂ ਨੇ ਇਹ ਸਟੱਡੀ ਕੀਤਾ ਵੀ ਉਹ ਜਿਹੜੀ ਵਾਈਬ੍ਰੇਸ਼ਨ ਹੈ ਉਹ ਇੰਨੀ ਲੋ ਹੈ, ਅਗਰ ਕੋਈ ਹਾਈ ਵਾਈਬ੍ਰੇਸ਼ਨ ਵਾਲਾ, ਮਤਲਬ ਕਿ ਜॉयफुल ਪਰਸਨ, ਜਿਹੜਾ ਲਵ, ਇੱਕ ਤਾਂ ਲਵ ਆਮ ਦੁਨਿਆਵੀ ਲਵ ਹੁੰਦਾ ਨਾ, ਉਹਦੇ 'ਚ ਤਾਂ ਜੈਲਸੀ ਵੀ ਆ ਜਾਂਦੀ ਹੈ। ਇੱਕ ਜਿਹੜਾ ਸਾਡਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਵਾਲਾ ਜਿਹੜਾ ਪ੍ਰੇਮ ਹੈ, ਜਾਂ ਫਿਰ ਉਹ ਸ਼ਾਂਤੀ ਹੈ, ਉਹ ਹਾਈ ਵਾਈਬ੍ਰੇਸ਼ਨ ਵਾਲੀ ਬੋਡੀ ਦੇ ਵਿੱਚ ਉਹ ਜਿਹੜਾ ਕੋਵਿਡ ਵਾਲਾ ਵਾਇਰਸ ਸੀਗਾ, ਕਿਉਂਕਿ ਉਹਦੀ ਲੋ ਫ੍ਰੀਕੁਐਂਸੀ ਸੀ, ਉਹਦੇ ਵਿੱਚ ਸਰਵਾਈਵ ਹੀ ਨਹੀਂ ਕਰ ਸਕਦਾ। ਸੋ ਇਹ ਮੇਰੇ ਲਈ ਬਹੁਤ ਵੱਡੀ, ਮਤਲਬ ਕਿ ਬਹੁਤ ਕਮਾਲ ਦੀ ਰਿਸਰਚ ਸੀ। ਇੱਕ ਲਾਈਨ ਇਹਦੇ ਤੇ ਬਿਲੀਵ ਕਰਦੀ ਹੈ ਪੂਰਾ। ਦੇਖੋ ਹੁਣ ਫਿਰ ਮੈਨੂੰ ਇਹ ਲੱਗਿਆ ਵੀ ਜੇ ਮੈਂ ਵਿਸਮਾਦ ਅਵਸਥਾ 'ਚ ਰਹਿ ਰਹੀ ਹਾਂ ਤੇ ਮੇਰੇ ਵਿੱਚ ਤਾਂ ਫਿਰ ਹਾਈ ਫ੍ਰੀਕੁਐਂਸੀ ਤੇ ਹਾਈ ਵਾਈਬ੍ਰੇਸ਼ਨਸ ਚੱਲਣਗੀਆਂ, ਤੇ ਮਤਲਬ ਮੇਰਾ ਜ਼ਿੰਦਗੀ ਦਾ ਪਰਪਸ ਜਿਹੜਾ ਉਹ ਸੋਲਵ ਹੋਣਾ ਸ਼ੁਰੂ ਹੋ ਜਾਏਗਾ। ਮਤਲਬ ਕਿ ਮੈਂ ਦਵਾਈਆਂ ਜਾਂ ਹੋਰ ਜਿਹੜੇ ਚੱਕਰਾਂ ਦੇ ਵਿੱਚ ਹਾਂ, ਹਨਾ, ਜਾਂ ਜਿਹੜੇ ਖੇਚਲਾਂ ਦੇ ਵਿੱਚ ਹਾਂ, ਇੱਕ ਰਸਤਾ ਜਦੋਂ ਮੈਨੂੰ ਇੱਕ ਮੇਰਾ ਇਹ ਪਾਰਟ ਵੀ ਪੂਰਾ ਹੋ ਗਿਆ, ਬਿਕਾਜ਼ ਅਸੀਂ 3-4 ਚੀਜ਼ਾਂ ਨਾਲ ਜੁੜੇ ਹੋਏ ਆ, ਫਿਜ਼ੀਕਲ, ਮੈਂਟਲ, ਸਪਿਰਿਚੁਅਲ, ਫਾਈਨੈਂਸ਼ੀਅਲ, ਹਨਾ। ਤੇ ਜਦੋਂ ਤੁਹਾਡਾ ਗੁਰਮਤ ਦੀ ਰੋਸ਼ਨੀ ਦੇ ਵਿੱਚ ਤੁਹਾਨੂੰ ਸਿਰਫ ਇਹਨਾਂ ਇਮੋਸ਼ਨਸ ਲੈਵਲ ਤੇ, ਜਿਵੇਂ ਉਹ ਕਹਿੰਦੇ ਕਿ ਇੱਕ ਨਿਮਖ 'ਚ ਜੁੜ ਕੇ ਤੁਹਾਡਾ ਪਾਰ ਉਤਾਰਾ, ਗੁਰਬਾਣੀ ਕਹਿੰਦੀ ਹੈ ਇੱਕ ਨਿਮਖ ਵਿੱਚ ਤੇਰਾ ਪਾਰ ਉਤਾਰਾ ਹੁੰਦਾ ਹੈ। ਤਾਂ ਮੈਨੂੰ ਇਹ ਫੀਲਿੰਗ ਆ ਰਹੀ ਸੀ ਵੀ ਇਹ ਨਿਮਖ ਉਹੀ ਹੈ ਜਦੋਂ ਤੁਹਾਡੇ ਅੰਦਰੋਂ ਇਮੋਸ਼ਨ ਆਉਂਦਾ, ਜੋ ਤੁਸੀਂ ਉਸ ਇਮੋਸ਼ਨ ਦੇ ਵਿੱਚ ਚਲੇ ਜਾਂਦੇ ਹੋ, ਜਿਹੜਾ ਕੱਲਾ ਵਿਸਮਾਦ ਹੀ ਨਹੀਂ ਹੈ, ਉਹ ਕਿੰਨੇ ਸਾਰੇ ਇਮੋਸ਼ਨ ਜਨਰੇਟ ਕਰ ਜਾਂਦਾ ਹੈ। ਤੇ ਇਹਦੇ ਨਾਲ ਹੀ ਇੱਕ ਜੁੜੀ ਹੋਈ ਰਿਸਰਚ ਮੈਂ ਜੋੜ ਕੇ ਆਪਣੀ ਗੱਲ ਸਮਝਾਉਣਾ ਚਾਹੁੰਦੀ ਹਾਂ। ਇੱਕ ਰਿਸਰਚ ਉਹਨਾਂ ਨੇ ਕਿਹਾ ਸੀਗਾ ਵੀ ਇੱਕ ਰਾਤ ਦਾ ਉਨੀਂਦਾ 6 ਮਹੀਨਿਆਂ ਦੇ ਜੰਕ ਫੂਡ ਖਾਣ ਦੇ ਬਰਾਬਰ।
ਜਿਹੜਾ 6 ਮਹੀਨੇ ਤੁਸੀਂ ਜੰਕ ਫੂਡ ਖਾ ਕੇ ਬਿਮਾਰ ਹੁੰਦੇ ਹੋ, ਉਹਦਾ ਮਤਲਬ ਕਿ ਤੁਸੀਂ ਇੱਕ ਰਾਤ ਦੇ ਉਨੀਂਦੇ ਕਰਕੇ ਵੀ ਹੋ ਸਕਦੇ ਹੋ। ਆਪਣੀ ਆਪਣੀ ਬੋਡੀ ਦੇ ਅਕੋਰਡਿੰਗ ਉਹਨਾਂ ਨੇ ਲਿਖਿਆ ਸੀ, ਬੋਡੀ ਟੂ ਬੋਡੀ। ਹੋ ਸਕਦਾ ਕੋਈ ਬੰਦਾ ਹਫਤੇ ਦੀ ਉਨੀਂਦ ਤੋਂ ਉਨੀਂਦਰੇ ਤੋਂ ਬਾਅਦ ਏਦਾਂ ਬਿਮਾਰ ਹੋ ਜੇ, ਕੋਈ 2 ਦਿਨ ਤੋਂ। ਕਹਿਣ ਦਾ ਮਤਲਬ ਇਹ ਜਿਹੜਾ ਉਨੀਂਦਾ ਹੈ ਉਹ 6 ਮਹੀਨੇ ਦੇ ਜੰਕ ਫੂਡ ਦੇ ਬਰਾਬਰ ਬਿਮਾਰ ਕਰ ਜਾਂਦਾ ਹੈ ਨਾ। ਤੇ ਕੀ ਫਿਰ ਅਸੀਂ ਜਦੋਂ ਇੱਕਦਮ ਜਦੋਂ ਅਸੀਂ ਕੀਰਤਨ ਚ ਜਾਂ ਪ੍ਰਭੂ ਦੇ ਚਰਨਾਂ ਚ ਜੁੜੇ ਆ, ਤੇ ਕੀ ਅਸੀਂ ਇੱਕ ਨਿਮਖ ਦੇ ਜੁੜਨੇ ਨਾਲ ਅਰੋਗ ਹੋਣ ਦੇ ਸਮਰੱਥ ਨਹੀਂ ਆ? ਕਿ ਸਾਡਾ ਪੂਰਾ ਸਰੀਰ, ਜਿਹੜੇ ਪੂਰੇ ਸਰੀਰ ਚ ਐਂਜ਼ਾਈਮ ਹੈ, ਰਸ ਹੈ, ਤਰ੍ਹਾਂ ਤਰ੍ਹਾਂ ਦੇ ਕੈਮੀਕਲਸ ਹੈ। ਹੁਣ ਸਟੱਡੀ ਹੁੰਦੀ ਹੈ, ਹਰ ਤਰ੍ਹਾਂ ਦੇ ਹਾਰਮੋਨ ਕੈਮੀਕਲਸ ਨਾਮ ਦੇ ਦਿੱਤੇ ਹੈ ਨਾ। ਤੁਹਾਡਾ ਆਹ ਹਾਰਮੋਨ ਇੰਬੈਲੈਂਸ ਹੈ, ਤੁਹਾਡੀ ਆਹ ਪ੍ਰੋਬਲਮ ਹੈ। ਕਿੰਨੇ ਤਰ੍ਹਾਂ ਦੇ ਰਸ ਹੈ ਸਾਡੇ ਸਰੀਰ ਵਿੱਚ। ਤੇ ਕੀ ਅਸੀਂ ਇਹ ਭਰੋਸਾ ਰੱਖ ਸਕਦੇ ਆ ਵੀ ਉਹ ਇੱਕ ਨਿਮਖ ਦੇ ਵਿਸਮਾਦ ਅਵਸਥਾ ਚ ਜਦੋਂ ਅਸੀਂ ਚਲੇ ਜਾਂਦੇ ਹਾਂ, ਜਿਹੜੀ ਟਰੂ, ਤੇ ਜਿਵੇਂ ਆਪਾਂ ਦਰਬਾਰ ਸਾਹਿਬ ਤੋਂ ਕਈ ਚੀਜ਼ਾਂ ਸੁਣਦੇ ਆ ਵੀ ਰੋਗੀ ਇਸ਼ਨਾਨ ਕਰਕੇ ਠੀਕ ਹੋਇਆ, ਕੀ ਪਤਾ ਉਹਦੇ ਤੇ ਮਹਾਰਾਜ ਨੇ ਕਿਰਪਾ ਐਸੀ ਕੀਤੀ ਕਿ ਉਹ ਜੁੜਿਆ, ਇੱਕ ਨਿਮਖ ਦਾ ਜੁੜਨਾ ਉਹਦਾ ਸਾਰਾ ਔਗਣਾ ਦਾ ਨਾਸ ਕਰ ਗਿਆ ਹੈ ਨਾ, ਉਸ ਟਾਈਮ ਤੇ ਉਹਦਾ ਜਿਹੜਾ ਰੋਗ ਤੋੜ ਗਿਆ। ਸੋ ਇਹ ਤੋਂ ਦੀ ਬਾਅਦ ਅਸੀਂ ਮਤਲਬ ਮੈਂ ਹੁਣ ਥੋੜਾ ਫਿਰ ਦੁਬਾਰਾ ਕਨੈਕਟ ਕਰਾਂ ਆਪਣੇ ਪੀਸਸ ਨੂੰ, ਕਿ ਇੱਕ ਰੀਅਲ ਲਾਈਫ ਦੀ ਝਲਕਾਰਾ ਮਿਲਿਆ, ਗੁਰੂ ਕਿਰਪਾ ਨਾਲ ਸਾਨੂੰ ਮਿਲਦੀਆਂ ਐਵੇਂ ਦੀਆਂ ਚੀਜ਼ਾਂ। ਉਹਦੇ ਵਿੱਚ ਤੁਸੀਂ ਇੱਕ ਛੋਟੀ ਜਿਹੀ ਹੈਰਾਨਗੀ ਵਿਸਮਾਦ ਵਿੱਚ ਗਏ, ਉਸ ਤੋਂ ਬਾਅਦ ਤੁਸੀਂ ਆਪਣੇ ਇਮੋਸ਼ਨਸ ਨੂੰ ਸਟੱਡੀ ਕੀਤਾ ਤੇ ਤੁਹਾਨੂੰ ਪਤਾ ਚੱਲਿਆ ਵੀ ਉਹ ਜਿਹੜੇ ਇਮੋਸ਼ਨਸ ਨੇ, ਉਹ ਇਮੋਸ਼ਨਸ ਤੁਹਾਨੂੰ ਕਿੰਨੀ એનર્ਜੀ ਦੇ ਰਹੇ ਨੇ ਤੇ ਕੀ ਤੁਹਾਡੇ ਦੇ ਉੱਪਰ ਵਰਕ ਕਰ ਰਹੇ ਨੇ। ਹੁਣ ਕੱਲਾ ਜੋਏ, ਕੱਲਾ ਲਵ, ਕੱਲੀ ਐਕਸੈਪਟੈਂਸ, ਇਹ ਸਾਰੇ ਇਮੋਸ਼ਨਸ ਦਾ ਇੱਕ ਜਿਹਨੂੰ ਕਹਿੰਦੇ ਆ ਸੰਗਠਨ, ਉਹ ਹੈਗੀ ਵਿਸਮਾਦ ਅਵਸਥਾ। ਮੈਂ ਨੈਕਸਟ ਆਪ ਜੀ ਦੇ ਨਾਲ ਵਿਸਮਾਦ ਅਵਸਥਾ ਨੂੰ 1 by 1 ਸ਼ੇਅਰ ਕਰਨਾ ਚਾਹਾਂਗੀ ਕਿ ਗੁਰਬਾਣੀ ਤੋਂ ਮੈਨੂੰ ਕਿਹੜੇ ਕਿਹੜੇ ਗੁਣ ਇਸ ਦੀ ਅੰਬਰੇਲਾ ਹੇਠ ਮੈਨੂੰ ਦਿਖੇ ਵੀ ਜੋ ਮੈਂ ਵਿਸਮਾਦ ਦੇ ਵਿੱਚ ਪਾ ਸਕਦੀ ਹਾਂ। ਨਾਲ ਦੀ ਨਾਲ ਗੁਰਬਾਣੀ ਤੋਂ ਇਲਾਵਾ ਜੇ ਮੈਂ ਨਾਰਮਲ ਸਾਇੰਸ ਦੀ ਗੱਲ ਕਰਦੀ ਹਾਂ, ਨਾਰਮਲ ਸਾਇੰਸ ਕਹਿੰਦੀ ਹੈ ਵੀ ਜਿਹੜਾ ਅਨਕੰਡੀਸ਼ਨਲ ਲਵ ਹੈਗਾ ਨਾ, ਅਨਕੰਡੀਸ਼ਨਲ ਲਵ, ਜਿਵੇਂ ਆਪਾਂ ਨੂੰ ਐਗਜ਼ਾਮਪਲ ਜੇ ਦੇਣਾ ਚਾਹੀਏ, ਸਭ ਤੋਂ ਪਹਿਲਾਂ ਅਸੀਂ ਦਿੰਦੇ ਹਾਂ ਮਾਂ ਦੀ ਐਗਜ਼ਾਮਪਲ, ਕਿ ਮਾਂ ਦਾ ਪਿਆਰ ਜਿਹੜਾ ਹੁੰਦਾ ਅਨਕੰਡੀਸ਼ਨਲ ਹੁੰਦਾ। ਹੁਣ ਸਾਡੇ ਬਾਇਓਕੈਮਿਸਟ ਜਿਹੜੇ ਕਿ ਸਾਡਾ ਡੀਐਨਏ ਸਟੱਡੀ ਕਰਦੇ ਨੇ ਹਨਾ, ਬਾਇਓਕੈਮਿਸਟਿਕ ਸਟੱਡੀ ਹੁੰਦੀ ਹੈ ਜੈਨੇਟਿਕਸ ਦੇ ਵਿੱਚ, ਉਹ ਸਾਡਾ ਜਿਹੜਾ ਡੀਐਨਏ ਹੈ ਨਾ, ਉਹਨੂੰ ਸਟੱਡੀ ਕਰਕੇ ਉਹਨਾਂ ਨੇ ਦੇਖਿਆ ਵੀ ਜੇ ਲਗਾਤਾਰ ਕੁਝ ਸਮਾਂ ਇਹ ਹਾਈ ਫ੍ਰੀਕੁਐਂਸੀ ਅਨਕੰਡੀਸ਼ਨਲ ਲਵ ਹੈ ਕਿਸੇ ਇਨਸਾਨ ਦੇ ਅੰਦਰ, ਸਾਧੂ ਮਹਾਤਮਾ ਹੀ ਅਸੀਂ ਕਹਿ ਸਕਦੇ ਹਾਂ ਨਾ, ਸਾਧੂ ਦਾ ਨਾਮ ਦਿੱਤਾ ਜਾ ਸਕਦਾ ਜਿਹਦੇ ਅੰਦਰ ਅਨਕੰਡੀਸ਼ਨਲ ਲਵ ਹੈਗਾ। ਤਾਂ ਉਹ ਜਿਹੜਾ ਸਾਧੂ ਹੈਗਾ, ਉਹਦੀ એનર્ਜੀ ਜੇ ਉਹਦੇ ਵਰਗੇ ਅਨੇਕਾਂ ਸਾਧੂ ਜਾਪਾਨ ਦੇ ਵਿੱਚ ਉਹਨਾਂ ਨੇ ਇੱਕ ਸਟੱਡੀ ਕੀਤੀ ਜੇ ਹੋ ਜਾਣ, ਤਾਂ ਉਹ ਕੋਸ਼ਿਸ਼ ਕਰ ਰਹੇ ਸੀ ਕਿ ਜਿਹੜਾ ਕੰਟੈਮੀਨੇਟਿਡ ਵਾਟਰ ਆ ਉਹਨੂੰ ਪਿਉਰੀਫਾਈ ਕਰੀਏ, ਜਾਂ ਫਿਰ ਉਹ ਦੇਖ ਰਹੇ ਸੀਗੇ ਕਿ ਕੋਈ ਇੱਕ ਪਾਰਟਿਕੂਲਰ ਏਰੀਆ ਉਹਨੂੰ ਅਸੀਂ ਡੀਪੋਲਿਊਟ ਕਰਨ ਦੀ ਕੋਸ਼ਿਸ਼ ਕਰੀਏ। ਮਤਲਬ ਬੜੀ ਹੈਰਾਨਗੀ ਵਾਲੀ ਗੱਲ, ਬੜੀ ਸੋਚ ਵੀ ਨਹੀਂ ਸਕਦੇ ਤੁਸੀਂ ਕਿ ਇੱਕ ਬੰਦੇ ਦੀਆਂ ਪੋਜ਼ਿਟਿਵ ਵਾਈਬ੍ਰੇਸ਼ਨਸ ਨਾਲ ਦੇਖੋ ਤੁਸੀਂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਡੀਪੋਲਿਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਪਿਉਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਮਨ ਨੂੰ ਨਹੀਂ, ਫਿਜ਼ੀਕਲ ਚੀਜ਼ਾਂ ਨੂੰ, ਕਿਉਂਕਿ ਤਨ ਤੇ ਮਨ ਦਾ ਬਹੁਤ ਗਹਿਰਾ ਰਿਸ਼ਤਾ ਹੈਗਾ। ਗੁਰਬਾਣੀ ਚ ਵੀ ਮੈਕਸਿਮਮ ਟਾਈਮ ਕਦੀ ਨਹੀਂ ਕਿਹਾ ਵੀ ਤੁਹਾਡਾ ਮਨ ਅਰੋਗੀ ਹੁੰਦਾ, ਤਨ ਮਨ ਪਏ ਅਰੋਗਾ, ਮੈਕਸਿਮਮ ਟਾਈਮ ਤਨ ਮਨ ਦੀ ਇਕੱਠੀ ਗੱਲ ਆਉਂਦੀ। ਸੋ ਇਹ ਸਾਇੰਸ ਵਾਲੇ ਲੋਕ ਕਹਿੰਦੇ ਨੇ ਕਿ ਜੇ ਤੁਸੀਂ ਆਪਣੇ ਅੰਦਰ ਨਰਚਰ ਕਰਨੀ ਹੈ ਵਿਸਮਾਦ ਅਵਸਥਾ ਜਾਂ ਇਹ ਅਨਕੰਡੀਸ਼ਨਲ ਲਵ ਦੀ ਅਵਸਥਾ, ਤੇ ਤੁਹਾਨੂੰ ਕੁਦਰਤ ਵਿੱਚ ਟਾਈਮ ਬਿਤਾਉਣਾ ਪਏਗਾ। ਤੇ ਸਾਡੇ ਗੁਰੂ ਮਹਾਰਾਜ ਨੇ, ਕਿਉਂਕਿ ਸਭ ਤੋਂ ਵੱਡਾ ਮੇਨ ਕਰੈਕਸ਼ਨ ਵਿਸਮਾਦ ਦਾ ਕੁਦਰਤ ਵਿੱਚ ਹੈ। ਅਸੀਂ ਆਪਣੀ ਲਾਈਫ ਸਟਾਈਲ ਤੋਂ ਬੋਰ ਹੋ ਰਹੇ ਹੁੰਦੇ ਆ, ਫਟਾਫਟ ਬ੍ਰੇਕ ਲੈਣਾ ਚਾਹੁੰਦੇ ਆ ਤਾਂ ਗੂਗਲ ਸਰਚ ਕਰਦੇ ਆ ਵੀ ਕਿਹੜੀ ਸੋਹਣੀ ਜਗ੍ਹਾ ਅਸੀਂ ਘੁੰਮ ਕੇ ਆਈਏ। ਜੇ ਅਸੀਂ ਹੁਣ ਸੋਹਣੀ ਜਗ੍ਹਾ, ਮੰਨ ਲਓ ਅਸੀਂ ਹੁਣ ਇਸ ਵਾਰੀ ਕਸ਼ਮੀਰ ਗਏ, ਹੁਣ ਕਸ਼ਮੀਰ ਦੇ ਵਿੱਚ ਬਹੁਤ ਸਾਰੀਆਂ ਜਗ੍ਹਾਵਾਂ ਨੇ, ਬਾਰਾਮੂਲਾ ਹੈ, ਸੋਨਮਰਗ ਹੈ, ਗੁਲਮਰਗ ਹੈ, ਪਹਿਲਗਾਮ ਹੈ। ਇੱਕ ਮੋਟਿਵ ਹੈ ਕਿ ਤੁਹਾਡੇ ਕੋਲ 4 ਦਿਨ ਹੈ, ਚੱਕੋ ਗੱਡੀ, ਭੱਜੋ ਭੱਜੀ, ਗੁਲਮਰਗ ਜਾਓ, 2 ਫੋਟੋਆਂ ਲਓ, ਫਟਾਫਟ ਪੋਸਟ ਕਰੋ, ਸੋਨਮਰਗ ਜਾਓ, 3-4 ਫੋਟੋਆਂ ਹੋਰ ਲਓ, ਫੋਟੋਆਂ ਲਿੱਤੀਆਂ, ਪੋਸਟ ਕੀਤੀਆਂ, ਬੈਠ ਕੇ ਉਸਨੂੰ ਅਬਜ਼ਰਵ ਨਹੀਂ ਕੀਤੀ, ਆਪਣੀ ਹੀਲਿੰਗ ਨਹੀਂ ਕਰਾ ਕੇ ਆਏ, ਤਾਂ ਫਿਰ ਸਾਡਾ ਕੋਈ ਉਹ ਪਰਪਸ ਨਹੀਂ ਰਹਿ ਜਾਂਦਾ। ਜੋ ਇੱਥੇ ਕਰ ਰਹੇ ਸੀ ਭੱਜ ਨੱਠ ਦੌੜ ਭੱਜ, ਉਹੀ ਉੱਥੇ ਜਾ ਕੇ ਕਰਨਾ ਸ਼ੁਰੂ ਕੀਤਾ। ਬਟ ਜੇ ਅਸੀਂ ਕੁਦਰਤ ਦੀ ਗੋਦ ਵਿੱਚ ਜਾਂਦੇ ਹਾਂ,
ਜਦੋਂ ਵੱਡੇ ਵੱਡੇ ਪਹਾੜ, ਨਦੀਆਂ, ਬਲਕਿ ਇੱਥੇ ਲੋਕਲ ਵੀ ਸਾਨੂੰ ਕੁਦਰਤ ਦਾ ਬਹੁਤ ਕੁਝ, ਤੇ ਸਭ ਤੋਂ ਜ਼ਿਆਦਾ ਵਿਸਮਾਦ ਦਾ ਜਿਹੜਾ ਅਹਿਸਾਸ ਸੀਗਾ ਉਹ ਕੁਦਰਤ ਦੀ ਗੋਦ ਵਿੱਚ ਹੁੰਦਾ। ਤੇ ਮੈਂ ਫॉर एग्जांपल ਇੱਕ ਸ਼ਬਦ ਵੀ ਲਿੱਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੂੰ ਅਚਰਜ ਕੁਦਰਤ ਤੇਰੀ ਬਿਸਮਾ। ਬਹੁਤ ਸਾਰੀ ਜਗ੍ਹਾਵਾਂ ਤੇ ਗੁਰੂ ਮਾਨ ਨੇ ਕਿਹਾ ਵੀ ਮਹਾਰਾਜ ਤੇਰੀ ਕੁਦਰਤ ਜਿਹੜੀ ਹੈ ਬਹੁਤ ਬੇਅੰਤ ਹੈ। ਹੁਣ ਇੱਕ ਮੈਂ ਵਿਸਮਾਦ ਦਾ ਗੁਣ ਆ ਗਿਆ, ਕੁਦਰਤ ਮਤਲਬ ਕੁਦਰਤ ਇੱਕ ਵਿਸਮਾਦ ਹੈ ਨਾ। ਉਸ ਤੋਂ ਬਾਅਦ ਉਹਨਾਂ ਨੇ ਫਿਰ ਹੋਰ ਕਈਆਂ ਸਾਇੰਸ ਵਿੱਚ ਸਟੱਡੀ ਕੀਤੀ ਕਿ ਸ਼ੁਕਰਾਨੇ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿਓ। ਸ਼ੁਕਰਾਨਾ ਪ੍ਰੈਕਟਿਸ ਕਰਨਾ ਸ਼ੁਰੂ ਕਰ ਦਿਓ, ਤੁਹਾਡੇ ਅੰਦਰ ਅਨਕੰਡੀਸ਼ਨਲ ਲਵ ਆਏਗਾ, ਤੁਹਾਡੇ ਅੰਦਰ ਵਿਸਮਾਦ ਭਰ ਜਾਏਗਾ। ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿਓ, ਹੈਨਾ, ਬਿਨਾਂ ਸਵਾਰਥ ਦੇ। ਫਿਰ ਆਪਣੇ ਅੰਦਰ ਦੇ ਬੱਚੇ ਨਾਲ ਟੱਚ ਕਰੋ। ਹੁਣ ਬੱਚੇ ਦੀ ਵਾਰ-ਵਾਰ ਗੱਲ ਕਦੋਂ ਆਉਂਦੀ ਹੈ? ਸਭ ਤੋਂ ਜ਼ਿਆਦਾ ਅਵਸਥਾ ਕਿਹਦੇ ਵਿੱਚ ਹੁੰਦੀ ਹੈ ਵਿਸਮਾਦ ਦੀ? ਬੱਚੇ ਵਿੱਚ ਜਾਂ ਫਿਰ ਇੱਕ ਸਾਧੂ ਵਿੱਚ। ਸਾਧੂ ਤੇ ਬੱਚੇ ਦੀ ਵਿਸਮਾਦ ਅਵਸਥਾ ਦਾ ਕੀ ਫਰਕ ਹੈ? ਜਿਹੜਾ ਬੱਚਾ ਹੈ ਉਹ ਤੁਸੀਂ ਉਹਨੂੰ ਹਸਾਉਣ ਵੇਲੇ ਤੁਸੀਂ ਬਸ ਪੁੱਠੇ ਸਿੱਧੇ ਮੂੰਹ ਬਣਾ ਦਿਓ, ਆਵਾਜ਼ਾਂ ਕੱਢ ਦਿਓ, ਹੈਨਾ, ਪੱਖਾ ਬੰਦ ਕਰ ਦਿਓ, ਚਲਾ ਦਿਓ, ਉਹ ਦੇਖੀ ਜਾਏਗਾ ਹੈਰਾਨ ਹੋ ਕੇ। ਛਣਕਣਾ ਖੜਕਾ ਦਿਓ, ਉਹ ਇੱਕਦਮ ਦੇਖੇਗਾ। ਮਤਲਬ ਕਿੰਨਾ ਉਹ ਵਿਸਮਾਦ ਹੋ ਰਿਹਾ ਛੋਟੇ ਛੋਟੀਆਂ ਚੀਜ਼ਾਂ ਨਾਲ। ਪਰ ਫਰਕ ਕੀ ਪੈਂਦਾ? ਬੱਚੇ ਨੂੰ ਵੀ ਆਨੰਦ ਆ ਰਿਹਾ, ਵਿਸਮਾਦ ਅਵਸਥਾ ਦਾ ਬੱਚੇ ਨੂੰ ਆਨੰਦ ਆ ਰਿਹਾ। ਜਿਹੜਾ ਸਾਧੂ ਹੈ ਉਹਨੂੰ ਵੀ ਆਨੰਦ ਆ ਰਿਹਾ, ਪਰ ਫਿਰ ਫਰਕ ਕਿੱਥੇ ਹੈ? ਕਿਉਂਕਿ ਬੱਚੇ ਦਾ ਜਿਹੜਾ ਆਨੰਦ ਹੈ ਉਹ ਅਗਿਆਨਤਾ ਵਾਲਾ ਆਨੰਦ ਹੈ ਨਾ। ਉਹ ਹੋ ਸਕਦਾ ਹੌਲੀ ਹੌਲੀ ਵੱਡਾ ਹੁੰਦਾ ਜਾਂਦਾ, ਜਦੋਂ ਉਹ ਵਿਸਮਾਦ ਵਿੱਚੋਂ ਉਹਦਾ ਵਿਸਰਦਾ ਜਾਂਦਾ। ਕੀ ਹੁੰਦਾ ਜਾਂਦਾ? ਉਹਨੂੰ ਸਮਝ ਆਣੀ ਸ਼ੁਰੂ ਹੋ ਗਈ, ਜਿਵੇਂ ਸਾਨੂੰ ਸਮਝ ਆ ਗਈ ਠੀਕ ਹੈ ਪੱਖਾ ਬਿਜਲੀ ਨਾਲ ਚੱਲ ਰਿਹਾ, ਬਸ ਸਮਝ ਆ ਗਈ, ਅਸੀਂ ਰੁਕ ਗਏ। ਬਟ ਜਦੋਂ ਸਾਇੰਟਿਸਟ ਦਾ ਵਿਸਮਾਦ ਸਭ ਤੋਂ ਘੱਟ ਹੁੰਦਾ, ਕਿਉਂਕਿ ਉਹ ਕੀ ਕਰਦਾ, ਚੀਜ਼ਾਂ ਦਾ ਰੀਜ਼ਨ ਲੱਭਦਾ। ਜਦੋਂ ਉਹਨੂੰ ਰੀਜ਼ਨ ਪਤਾ ਲੱਗਦਾ, ਚਲੋ ਠੀਕ ਹੈ, ਅੱਛਾ ਏਦਾਂ ਚੱਲਦੀ ਹੈ, ਓਕੇ ਠੀਕ। ਮੈਂ ਜਦੋਂ ਕੰਪਿਊਟਰ ਦੀ ਪੜ੍ਹਾਈ ਕਰਦੀ ਹੁੰਦੀ ਸੀਗੀ ਤੇ ਜਿਵੇਂ ਅਸੀਂ ਕਲਿੱਕ ਕਰਨੀ ਤੇ ਸੌਫਟਵੇਅਰ ਖੁੱਲ ਜਾਣਾ, ਮੈਂ ਇੰਨਾ ਹੈਰਾਨ ਹੋਣਾ ਵੀ ਇਹ ਕਲਿੱਕ ਕਰਕੇ ਇਹ ਕਿਵੇਂ ਖੁੱਲਿਆ। ਮੈਂ ਮੈਮ ਨੂੰ ਪੁੱਛਣਾ, ਮੈਮ ਇਹ ਕਲਿੱਕ ਕਰਕੇ ਖੁੱਲਿਆ ਕਿਵੇਂ? ਉਹ ਕਹਿੰਦੇ ਇਹਦੇ ਪਿੱਛੇ ਨਾ ਆਪਾਂ ਪ੍ਰੋਗਰਾਮਿੰਗ ਕੀਤੀ ਹੋਈ ਹੈ। ਅੱਛਾ ਚਲੋ ਪ੍ਰੋਗਰਾਮਿੰਗ ਦੇਖ ਲਈ। ਪ੍ਰੋਗਰਾਮਿੰਗ ਚ ਉਹਨਾਂ ਨੇ ਦਿਖਾਤਾ ਜੀ ਕਿ ਠੀਕ ਹੈ ਤੁਹਾਡੀ ਸਕਰੀਨ ਹੈ, ਇੰਨੇ ਬਾਏ ਇੰਨੇ ਉਹਦੇ ਡਾਇਮੈਂਸ਼ਨਸ ਹੈ, ਪਾਰਟਿਕੂਲਰ ਡਾਇਮੈਂਸ਼ਨ ਤੇ ਜਦੋਂ ਕਲਿੱਕ ਕਰੇਗਾ ਅੱਗੋਂ ਕਮਾਂਡ ਜਾਏਗੀ ਓਪਨ। ਹੁਣ ਜਦੋਂ ਮੈਂ ਇਹ ਚੀਜ਼ ਵੀ ਦੇਖ ਲਈ ਤਾਂ ਮੈਂ ਪੁੱਛਿਆ ਨਹੀਂ ਨਹੀਂ ਇਹ ਓਪਨ ਕਲਿੱਕ ਕਰਕੇ ਇਹ ਫੰਕਸ਼ਨ ਕਿਵੇਂ ਚੱਲਦਾ? ਵੀ ਮੈਂ ਤਾਂ ਹੁਣ ਓਪਨ ਤੇ ਕਲਿੱਕ ਕਰਤਾ, ਪਰ ਉਹ ਓਪਨ ਹੋਇਆ ਕਿੱਦਾਂ? ਫਿਰ ਉਹ ਮੈਨੂੰ ਹੋਰ ਪਿੱਛੇ ਲੈ ਗਏ। ਉਹ ਕਹਿੰਦੇ ਨਹੀਂ ਇਹਦੀ ਨਾ ਇੱਕ ਪ੍ਰੋਗਰਾਮਿੰਗ ਲੈਂਗੁਏਜ ਹੁੰਦੀ ਹੈ, ਅਸੈਂਬਲੀ ਲੈਂਗੁਏਜ ਹੁੰਦੀ ਹੈ, ਕੋਡਸ ਦੀ ਲੈਂਗੁਏਜ ਹੁੰਦੀ ਹੈ। ਜਦੋਂ ਮੈਂ ਕੋਡਸ ਦੀ ਲੈਂਗੁਏਜ ਦੇਖੀ, ਉਹਦੇ ਵਿੱਚ ਲਿਖਿਆ ਹੋਇਆ ਸੀ ਐਡ, ਸਬਟ੍ਰੈਕਟ, 0011, ਮਤਲਬ ਜਿਹੜੇ ਸੌਫਟਵੇਅਰ ਦੇ ਬੰਦੇ ਉਹਨਾਂ ਨੂੰ ਪਤਾ ਹੋਊਗਾ ਕਿ 0101 ਦੀ ਫਾਰਮ ਦੇ ਵਿੱਚ ਸਾਰੀ ਪ੍ਰੋਗਰਾਮਿੰਗ ਹੋਈ ਹੈ। ਹੁਣ 0101 ਕੀ ਹੈ? ਹੁਣ ਮੈਂ ਕਿਹਾ ਕੱਲੇ 01 ਨਾਲ ਕਿਵੇਂ ਕੰਮ ਹੋ ਰਿਹਾ? ਫਿਰ ਉਹਨਾਂ ਨੇ ਕਿਹਾ ਕਿ 0 ਦਾ ਮਤਲਬ ਹੈ ਲਾਈਟ ਆਫ ਹੈ, 1 ਦਾ ਮਤਲਬ ਲਾਈਟ ਔਨ ਹੈ। ਤਾਂ ਮਤਲਬ ਪਤਾ ਹੈ ਤੁਹਾਨੂੰ ਸਾਰਾ ਕੁਝ ਕਿੱਦਾਂ ਹੋ ਰਿਹਾ, ਆਹ ਕਮਾਂਡ ਦੇ ਕੇ ਆਹ ਕੰਮ ਹੋ ਰਿਹਾ, ਏਦਾਂ ਸੌਫਟਵੇਅਰ ਬਣ ਰਿਹਾ। ਬਟ ਅਗੇਨ ਜੋ ਤੁਸੀਂ ਕਹਿੰਦੇ ਹੋ ਮੇਰੀ ਸਮਝ ਤੋਂ ਪਰੇ ਹੈ, ਵੀ 01 ਇਹ ਕਿੱਦਾਂ ਕਰ ਰਿਹਾ ਮਿਰੈਕਲ। ਤਾਂ ਹੁਣ ਤੁਸੀਂ ਟੈਕਨੋਲੋਜੀ ਦੇ ਵਿੱਚ ਵੀ ਵਿਸਮਾਦ ਦੇਖ ਪਾ ਰਹੇ ਹੋ, ਹੈਨਾ। ਕਿਉਂਕਿ ਪੱਖਾ ਵੀ ਜੇ ਚੱਲ ਰਿਹਾ, ਉਹ ਬਿਜਲੀ ਉਹਨੂੰ ਕਿੱਦਾਂ ਚਲਾ ਰਹੀ ਹੈ? ਹਵਾ ਨਾਲ ਹੀ ਕਿਉਂ ਸਾਹ ਆ ਰਿਹਾ, ਪਾਣੀ ਨਾਲ ਕਿਉਂ ਨਹੀਂ ਸਾਹ ਆ ਰਿਹਾ, ਹੈਨਾ। ਸੋ ਏਦਾਂ ਦੇ ਬਹੁਤ ਸਾਰੇ ਕੁਐਸਚਨ ਹੋ ਜਾਂਦੇ ਨੇ। ਬਟ ਚਲੋ ਮੈਂ ਵਾਪਸ ਆਪਣੀ ਗੱਲ ਤੇ ਆਉਂਦੀ ਹਾਂ। ਬੱਚੇ ਦੇ ਵਿੱਚ ਕੋਮਲਤਾ ਹੁੰਦੀ ਹੈ, ਬੱਚੇ ਦੇ ਵਿੱਚ ਇੱਕ ਰਹੱਸ ਨੂੰ ਜਾਣਨ ਦੀ ਐਕਸਾਈਟਮੈਂਟ। ਜਦੋਂ ਵੀ ਸਾਡੇ ਤੋਂ ਕੋਈ ਚੀਜ਼ ਸੀਕ੍ਰੇਟ ਰੱਖੀ ਜਾਂਦੀ ਹੈ ਨਾ, ਸਾਨੂੰ ਐਕਸਾਈਟਮੈਂਟ ਹੁੰਦੀ ਹੈ ਕਿ ਅੱਛਾ ਕੁਝ ਹੈ, ਤਾਂ ਅਸੀਂ ਉਸ ਨੂੰ ਖੋਜਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਪਤਾ ਲੱਗ ਜਾਂਦਾ ਹੈ, ਜਿਵੇਂ ਸਪੋਜ਼ ਕਰੋ ਕਿਸੇ ਮੁੰਡੇ ਕੁੜੀ ਲਈ ਆਪਾਂ ਨੇ ਰਿਸ਼ਤਾ ਲੱਭਿਆ, ਤਾਂ ਉਹਨੂੰ ਕਿੰਨੀ ਐਕਸਾਈਟਮੈਂਟ ਹੁੰਦੀ ਵੀ ਕਿਵੇਂ ਦਾ ਹੋਊਗਾ ਮੇਰਾ ਲਾਈਫ ਪਾਰਟਨਰ। ਪਰ ਕੁਝ ਸਾਲਾਂ ਬਾਅਦ ਉਹ ਚੀਜ਼ ਉਨੀ ਐਕਸਾਈਟਮੈਂਟ ਘਟ ਜਾਂਦੀ ਹੈ ਜਾਣਨ ਤੋਂ ਬਾਅਦ। ਬਟ ਜਿਹੜਾ ਸਾਧੂ ਹੈ, ਸਾਧੂ ਨੂੰ ਜਦੋਂ ਗਿਆਨ ਮਿਲਦਾ ਸੰਪੂਰਨ, ਉਹ ਗਿਆਨ ਤੋਂ ਬਾਅਦ ਉਹਦੀ ਜਿਹੜੀ ਵਿਸਮਾਦ ਹੈ ਉਹ ਐਵਰ ਗਰੋਇੰਗ ਹੈ, ਹਮੇਸ਼ਾ ਗਰੋ ਕਰਦੀ ਹੈ। ਬਿਕਾਜ਼ ਉਹਦੀ ਜਿਹੜੀ ਲਰਨਿੰਗ ਹੈ, ਉਹ ਲਰਨਿੰਗ ਉਹਦੀ ਪਰਮਾਨੈਂਟ ਐਕਸਪੀਰੀਅੰਸ ਉਹਦੇ ਡੇਲੀ ਬਣਦੇ ਨੇ, ਹੈਨਾ। ਤਾਂ ਉਹ ਸਮੇਂ ਦੇ ਨਾਲ ਉਹਦੀ ਵਿਸਮਾਦ ਅਵਸਥਾ ਵੱਧਦੀ ਹੈ। ਪਰ ਜਦੋਂ ਅਸੀਂ ਮਾਇਆ ਜਾਂ ਅਗਿਆਨਤਾ ਵਾਲੀ ਵਿਸਮਾਦ ਅਵਸਥਾ ਵਿੱਚ ਜਾਂਦੇ ਆ, ਉਹਦੇ ਨਾਲ ਕੀ ਹੁੰਦੀ, ਟੈਂਪਰੇਰੀ ਹੁੰਦੀ ਹੈ, ਸ਼ਾਰਟ ਲਿਵਡ। ਤੇ ਉਸ ਤੋਂ ਬਾਅਦ ਅਸੀਂ ਆਪਣੇ ਉਹਦੇ ਨਾਲ ਸਾਨੂੰ ਆਪਣੇ ਅੰਦਰਲੇ ਅਸਲੇ ਦਾ ਨਹੀਂ ਗਿਆਨ ਹੋ ਪਾਉਂਦਾ, ਹੈ ਨਾ। ਸੋ ਹਰ ਰਸ ਕਾ ਤੂ ਚਾਖੈ ਸਾਧ,
ਚਾਖਤ ਹੋਏ ਰਹਿ ਬਿਸਮਾਦ, ਕਿਉਂਕਿ ਹਰੀ ਬੇਅੰਤ ਹੈ ਤੇ ਉਹਦੇ ਨਾਮ ਦਾ ਰਸ ਜਿਹੜਾ ਉਹ ਐਵਰ ਗਰੋਇੰਗ ਹੈ, ਕਦੀ ਨਾ ਬੋਰ ਹੋਣ ਵਾਲਾ, ਕਦੀ ਨਾ ਮੁੱਕਣ ਵਾਲਾ। ਤੇ ਜਦੋਂ ਅਸੀਂ ਇੱਕ ਗਿਆਨ ਦੇ ਨਾਲ ਇੱਕ ਬਿਸਮਾਦ ਅਵਸਥਾ ਨੂੰ ਅਸੀਂ ਇਹ ਵੀ ਕਹਿੰਦੇ ਫੁੱਲੀ ਅਵੇਕਨਡ ਤੁਹਾਡੀ ਕੰਡੀਸ਼ਨ ਹੈ, ਕਿ ਜਦੋਂ ਤੁਸੀਂ ਉਸ ਕੰਡੀਸ਼ਨ 'ਚ ਹੁੰਦੇ ਹੋ ਤਾਂ ਤੁਹਾਡਾ ਇਹ ਰਸ ਨਹੀਂ ਮੁੱਕਦਾ। ਤੇ ਹੁਣ ਫਿਰ ਕੀ ਹੁੰਦਾ, ਫਿਰ ਦੁਬਾਰਾ ਤੋਂ ਜਦੋਂ ਅਸੀਂ ਆਪਣੇ ਅੰਦਰਲੇ ਬੱਚੇ ਨੂੰ ਸੁਣਦੇ ਹਾਂ ਜਾਂ ਉਹਨੂੰ ਕਰਦੇ ਆ, ਕਿਉਂਕਿ ਕਈ ਵਾਰੀ ਤੁਸੀਂ ਦੇਖੋ ਜਦੋਂ ਇੱਕਦਮ ਗਰਮੀ ਚੋਂ ਸਟ੍ਰੈਸ ਵਾਲੇ ਮਾਹੌਲ ਚੋਂ ਨਿਕਲ ਕੇ ਪਾਰਕ ਜਾਓ, ਠੰਡੀ ਹਵਾ ਚੱਲ ਰਹੀ ਹੋਏ ਤੇ ਇੱਕਦਮ ਬਾਹਾਂ ਖੁੱਲੀਆਂ ਕਰਕੇ ਅੱਖਾਂ ਬੰਦ ਕਰਕੇ ਤੁਸੀਂ ਉਸਨੂੰ ਮਾਣਨ ਦੀ ਕੋਸ਼ਿਸ਼ ਕਰਦੇ ਹੋ, ਹੈ ਨਾ। ਤੋ ਇਹ ਬੱਚੇ ਵਾਲੀਆਂ ਜਿਹੜੀਆਂ ਚੀਜ਼ਾਂ ਨੇ, ਉੱਡਦੀਆਂ ਤਿਤਲੀਆਂ ਨੂੰ ਫਿਰ ਗੌਰ ਨਾਲ ਦੇਖਣਾ, ਹੈ ਨਾ। ਸੋ ਬਿਜਲੀ ਲਿਸ਼ਕ ਰਹੀ ਉਹ ਤੋਂ ਡਰਨਾ ਨਹੀਂ, ਬਟ ਉਹਨੂੰ ਦੇਖ ਕੇ ਵਿਸਮਾਦ ਚ ਜਾਣਾ, ਇਹ ਸਾਰੀਆਂ ਵਿਸਮਾਦ ਅਵਸਥਾ ਦੇ ਥੋੜੇ ਛੋਟੇ ਛੋਟੇ ਝਲਕਾਰੇ ਨੇ। ਹੁਣ ਇਹ ਜਿਹੜਾ ਆਪਣਾ ਸਕਰੀਨ ਤੇ ਹੈਗਾ, ਇਹਦੇ ਵਿੱਚ ਹੈ ਦੇਖ ਅਦ੍ਰਿਸ਼ਟ, एक मिनट जो मेरा वर्क नहीं कर रहा है इतने, एक माफी चाहनी है। हाँ जी, तो देख अदृष्ट रहो बिसमादी, दुख बिसरै सुख होई जियो। ਹੁਣ ਇੱਥੇ ਵਿਸਮਾਦ ਮੈਂ ਸਮਝਾਈਏ, ਮੈਨੂੰ ਇਹਦੇ ਵਿੱਚ ਭਰੋਸਾ ਹੈ। ਵਿਸਮਾਦ ਕਿਵੇਂ? ਮੈਂ ਅਦ੍ਰਿਸ਼ਟ ਨੂੰ ਵੇਖ ਕੇ, ਜਿਹੜਾ ਮੈਨੂੰ ਦਿਖ ਨਹੀਂ ਰਿਹਾ, ਪਰ ਮੈਨੂੰ ਇੱਕ ਭਰੋਸਾ ਹੈ ਕਿ ਇੱਕ ਅਦ੍ਰਿਸ਼ਟ ਸ਼ਕਤੀ ਹੈ ਜਿਹੜੀ ਉਹਨੂੰ ਦੇਖ ਕੇ ਮੈਂ ਵਿਸਮਾਦ ਚ ਜਾ ਰਹੀ ਹਾਂ, ਉਸਦੀ ਸ਼ਕਤੀ ਦੇਖ ਕੇ, ਉਸਦੇ ਕੁਦਰਤ ਦੇਖ ਕੇ, ਹਨਾ, ਉਸਦੇ ਰੰਗ ਤਮਾਸ਼ੇ ਵੇਖ ਕੇ। ਤੇ ਅਗਰ ਜਦੋਂ ਮੈਂ ਉਹਨੂੰ ਅਦ੍ਰਿਸ਼ਟ ਦੇ ਉੱਪਰ ਮੈਨੂੰ ਭਰੋਸਾ ਆਇਆ, ਭਰੋਸੇ ਦੇ ਵਿੱਚ ਮੈਂ ਫਿਰ ਵਿਸਮਾਦ ਵਿੱਚ ਜਾਂਦੀ ਹਾਂ, ਤੇ ਮੇਰੇ ਜਿਹੜੇ ਦੁੱਖ ਹੈ, ਉਹ ਦੁੱਖ ਜਿਹੜੇ ਮੇਰੇ ਆ ਉਹ ਸੁੱਖਾਂ ਚ ਕਨਵਰਟ ਹੋ ਰਹੇ ਨੇ। ਹੁਣ ਵਿਸਮਾਦ ਮੇਰੇ ਲਈ ਕੀ ਹੈ? ਸਿਫਤ ਸਲਾਹ। ਕਿਉਂਕਿ ਜਿੱਦਾਂ ਜਿੱਦਾਂ ਮੈਂ ਪ੍ਰਮਾਤਮਾ ਦੇ ਗੁਣ ਦੇਖ ਪਾਉਂਦੀ ਹਾਂ, ਸਮਝ ਪਾਉਂਦੀ ਹਾਂ, ਗੁਣ ਗਾਉਂਦੀ ਹਾਂ, ਓਦਾਂ ਓਦਾਂ ਮੈਨੂੰ ਕੀ ਆ ਰਹੀ ਹੈ? ਇੱਕ ਸਹਿਜ ਅਵਸਥਾ, ਸਹਿਜ ਦੀ ਪ੍ਰਾਪਤੀ ਹੁੰਦੀ ਜਾ ਰਹੀ ਹੈ। ਸਹਿਜ ਦੇ ਵਿੱਚ ਕੀ ਹੁੰਦਾ? ਤੁਹਾਨੂੰ ਮਾੜਾ ਚੰਗਾ, ਦਿਨ ਰਾਤ, ਸਾਰਿਆਂ ਦੇ ਵਿੱਚ ਹੀ ਤੁਹਾਨੂੰ ਵਿਸਮਾਦ ਲੱਗਦਾ ਹੈ, ਹਨਾ। ਸਾਡੀ ਆਸਾ ਕੀ ਵਾਰ ਦੀ ਪੌੜੀ ਆ, ਅੱਗੇ ਜਾ ਕੇ ਆਪਾਂ ਉਹ ਵੀ ਇੱਕ ਵਾਰੀ ਰੀਡ ਕਰਾਂਗੇ, ਹਨਾ। ਜਦੋਂ ਤੁਹਾਨੂੰ ਅਦ੍ਰਿਸ਼ਟ ਤੇ ਭਰੋਸਾ ਹੁੰਦਾ ਹੈ, ਅਦ੍ਰਿਸ਼ਟ ਤੇ ਕਰਤਵ ਦੇਖ ਕੇ ਤੁਸੀਂ, ਤੁਹਾਡੇ ਦੁੱਖ ਤੁਹਾਨੂੰ ਭੁੱਲਦੇ ਨੇ, ਤੁਹਾਨੂੰ ਭਰੋਸਾ ਹੁੰਦਾ, ਭਰੋਸਾ ਤੁਹਾਡਾ ਜਿਹੜਾ ਦੁੱਖਾਂ ਦਾ ਨਾਸ਼ ਕਰਦਾ ਹੈ, ਫਿਰ ਤੁਹਾਡੇ ਵਿੱਚ ਨਿਡਰਤਾ ਆ ਜਾਂਦੀ, ਨਿਰਭੈਤਾ ਆ ਜਾਂਦੀ ਹੈ। ਨਿਰਭੈਤਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ ਇੱਕ ਬੜਾ ਵੱਡਾ ਕਨੈਕਸ਼ਨ ਹੈ, ਜਿਹੜਾ ਬੰਦਾ ਡਰ ਚ ਜਿੰਦਾ ਹੈ ਨਾ, ਕਦੀ ਅਸੀਂ ਸੋਚ ਕੇ ਦੇਖੀਏ, ਡਰਪੋਕ ਬੰਦਾ ਲਾਲਚ ਕਰਦਾ, ਪਰ ਜਿਹੜਾ ਵਾਹਿਗੁਰੂ ਜੀ ਦੇ ਭਰੋਸੇ ਦੇ ਵਿੱਚ ਹੁੰਦਾ ਨਾ, ਉਹਨੂੰ ਲਾਲਚ ਨਹੀਂ ਹੁੰਦਾ, ਉਹਦਾ ਲਾਲਚ ਖਤਮ ਹੋ ਜਾਂਦਾ। ਕਿਉਂਕਿ ਲਾਲਚ ਡਰ ਚ ਹੀ ਘਰ ਹੁੰਦਾ ਵੀ ਇਹ ਮੁੱਕ ਜਾਏਗਾ, ਇਹ ਮੈਨੂੰ ਨਹੀਂ ਮਿਲੇਗਾ, ਹੈਨਾ। ਜਦੋਂ ਭਰੋਸਾ ਹੈ, ਜਦੋਂ ਚਾਹੀਦਾ ਉਦੋਂ ਮਿਲ ਜਾਏਗਾ, ਫਿਰ ਮੈਂ ਲਾਲਚ ਕਿਉਂ ਕਰੂੰਗੀ, ਹੈਨਾ। ਫਿਰ ਉਸ ਤੋਂ ਬਾਅਦ ਉਹਦੇ ਇੰਨੇ ਮਿੱਠੇ ਗੁਣ, ਜਦੋਂ ਅਸੀਂ ਸਿਫਤ ਸਲਾਹ ਗਾਉਂਦੇ ਹਾਂ ਤੇ ਇੰਨੀ ਮਿਠਾਸ ਨਾਲ ਸਾਡਾ ਹਿਰਦਾ ਭਰ ਜਾਂਦਾ ਹੈ। ਤੇ ਤੁਹਾਨੂੰ ਹਰ ਚੀਜ਼, ਜਿਵੇਂ ਮੈਂ ਪਿੱਛੇ ਜਿਹਾ ਕਿਸੇ ਨੇ ਮੇਰੇ ਨਾਲ ਸ਼ੇਅਰ ਕੀਤਾ, ਵੀ ਜਿਵੇਂ ਨਿੰਮ ਦਾ ਰੁੱਖ ਹੈ, ਉਹਨੂੰ ਤੁਸੀਂ ਜਿੰਨਾ ਮਰਜ਼ੀ ਅੰਮ੍ਰਿਤ ਨਾਲ ਸਿੰਚਾਈ ਕਰੋ, ਪਰ ਉਹਦਾ ਸਹਿਜ ਨਹੀਂ ਜਾਂਦਾ। ਇਹ ਗੁਰਬਾਣੀ ਦੀ ਪੰਕਤੀ ਹੈ। ਹੁਣ ਉਹਨਾਂ ਨੇ ਏਦਾਂ ਨਹੀਂ ਕਿਹਾ ਕਿ ਉਸ ਰੁੱਖ ਦੀ ਕੁੜੱਤਣ ਨਹੀਂ ਜਾਂਦੀ ਜਾਂ ਉਹਦੀ ਬੁਰਾਈ ਨਹੀਂ ਜਾਂਦੀ, ਉਹਨਾਂ ਨੇ ਕਿਹਾ ਉਹਦਾ ਮਹਾਰਾਜ ਕਹਿੰਦੇ ਉਹਦਾ ਸਹਿਜ ਨਹੀਂ ਜਾਂਦਾ, ਮਤਲਬ ਕਿ ਉਹਦੀ ਜਿਹੜੀ ਕੁੜੱਤਣ ਹੈਗੀ ਹੈ ਉਹ ਵੀ ਸਹਿਜ, ਮਤਲਬ ਉਹ ਠੀਕ ਹੈ, ਵਿਸਮਾਦ ਹੈ, ਬਹੁਤ ਵਧੀਆ ਚੀਜ਼ ਹੈ, ਹਨਾ। ਅਗਲਾ ਵਿਸਮਾਦ ਕੀ ਹੈ? ਪ੍ਰੇਮ ਰਸ। ਹੁਣ ਜਦੋਂ ਅਸੀਂ ਕਿਸੇ ਦੇ ਗੁਣ ਗਾਉਂਦੇ ਹਾਂ, ਹਨਾ, ਜਿਵੇਂ ਹੁਣ ਮੈਂ ਬੱਚੀ ਦੀ ਐਗਜ਼ਾਮਪਲ ਦੇਖਦੀ ਹਾਂ, ਉਹਨੂੰ ਪਹਿਲੇ ਲੱਗਿਆ ਕਿ ਮੇਰੇ ਪਾਪਾ ਨੇ ਬਾਲ ਉਤਾਰਤੀ, ਹੈਨਾ, ਇੰਨੀ ਕੀ ਗੱਲ ਤੋਂ ਬਾਅਦ ਗ੍ਰੇਟਫੁਲਨੈਸ ਆਈ, ਗ੍ਰੇਟਫੁਲਨੈਸ ਨਾਲ ਆਪਾਂ ਨੇ ਜੱਫੀ ਪਾ ਲਈ ਪਾਪਾ ਨੂੰ, ਤੇ ਇਹਦੇ ਵਿੱਚ ਕੀ ਪ੍ਰਗਟ ਹੋਇਆ? ਸਾਡਾ ਪਿਆਰ, ਸਾਡਾ ਮਨ ਮੋਹਿਆ ਜਾਂਦਾ, ਹਨਾ। ਤੇ ਗੁਰੂ ਦੇ ਗੁਣ ਦੇਖ ਦੇਖ ਕੇ, ਉਹਦਾ ਦਇਆ ਵਾਲਾ ਉਹਦਾ ਸੁਭਾਅ ਦੇਖ ਕੇ, ਉਹਦਾ ਸਦਾ ਮਾਫ ਕਰਨ ਵਾਲਾ ਸੁਭਾਅ ਦੇਖ ਕੇ, ਉਹਦੀ ਦਾਤਾ ਦੇਣ ਵਾਲਾ ਸੁਭਾਅ ਦੇਖ ਕੇ, ਹਨਾ, ਉਹਦਾ ਮਾਂ ਵਰਗਾ ਅਨਕੰਡੀਸ਼ਨਲ ਪਿਆਰ ਮਹਿਸੂਸ ਕਰਕੇ, ਅਸੀਂ ਉਹ ਏਦਾਂ ਮਹਿਸੂਸ ਕਰਦੇ ਹਾਂ ਜਿੱਦਾਂ ਅਸੀਂ ਆਪਣੇ ਪਿਆਰੇ ਦੇ ਗਲੇ ਲੱਗ ਕੇ ਬਹੁਤ ਮੋਹੇ ਜਾ ਰਹੇ ਹਾਂ। ਏਦਾਂ ਸਾਡੇ ਵਾਹਿਗੁਰੂ ਜੀ ਸਾਨੂੰ ਮੋਹੀ ਜਾ ਰਹੇ ਆ। ਉਹ ਕੀ ਹੈ? ਵਿਸਮਾਦ ਅਵਸਥਾ, ਉਹ ਹੈ ਸਾਡਾ ਪ੍ਰੇਮ ਰਸ। ਹੁਣ
ਇੱਕ ਹੈਰਾਨ ਹੋਣਾ ਵੀ ਵਿਸਮਾਦ ਕੀ ਹੈ, ਇੱਕ ਹੈਰਾਨ ਹੋਣਾ ਵੀ ਇੱਕ ਰਸ ਹੈ। ਹੁਣ ਅਸੀਂ ਕੀ ਭਾਲਦੇ ਹਾਂ, ਬਹੁਤਾ ਟਾਈਮ ਅਸੀਂ ਕੀ ਭਾਲਦੇ ਹਾਂ, ਕਿਸੇ ਰੈਸਟੋਰੈਂਟ 'ਚ ਜਾਂਦੇ ਹਾਂ, ਸਾਨੂੰ ਲੱਗਦਾ ਹੈ ਕਿ ਫੂਡ ਆਇਆ ਸੇਮ ਹੀ ਹੈ, ਨੂਡल्स ਹੀ ਹੈ, ਜਾਂ ਫਿਰ ਕੋਈ ਆਈਸਕ੍ਰੀਮ ਹੀ ਹੈ, ਉਹ 2 ਪੱਤੇ ਲਾ ਦੇਣਗੇ, ਚੈਰੀ ਰੱਖ ਦੇਣਗੇ, ਹਨਾ, ਜਾਂ ਫਿਰ ਕਾਫੀ ਉਹਦੇ ਵਿੱਚ ਆਈਸਕ੍ਰੀਮ ਪਾ ਕੇ ਚੈਰੀ ਰੱਖਤੀ, ਸਟ੍ਰॉ ਪਾ ਦੇ, ਮਤਲਬ ਉਹਨੂੰ ਇੱਦਾਂ ਸਜਾਤਾ ਕਿ ਤੁਸੀਂ ਪਹਿਲਾਂ ਹੀ ਦੇਖ ਕੇ ਅੱਖਾਂ ਚਮਕੀਆਂ, ਵਾਓ। ਸੋ ਉਹ ਵੀ ਇੱਕ ਰਸ ਹੈ। ਅਦਰਵਾਈਜ਼ ਹੈ ਨਾ, ਪਹਿਲਾਂ ਉਹ ਰਸ ਆ ਗਿਆ, ਫਿਰ ਖਾਣ ਦਾ ਜਿਹੜਾ ਰਸ ਹੈ ਉਹ ਤੋਂ ਬਾਅਦ ਵਿੱਚ ਆਣਾ ਹੈ। ਪਹਿਲਾਂ ਫਿਰ ਹੁਣ ਅਸੀਂ ਕੀ ਹੋ ਗਿਆ, ਇਹ ਜੋ ਮੈਂ ਹੁਣ ਤੁਹਾਨੂੰ ਐਗਜ਼ਾਮਪਲ ਦੇਣੀ ਆ, ਚਲੋ ਅਸੀਂ ਵਿਆਹ ਸ਼ਾਦੀਆਂ ਤੇ ਦੇਖੋ ਕਿੰਨਾ ਖਰਚਾ ਕਰਨ ਲੱਗ ਪਏ, ਕੀ ਮਹਿਲ ਬਣਾ ਦਿੰਦੇ ਆ, ਕੀ ਲੱਖਾਂ ਦੇ ਕੱਪੜੇ, ਮਤਲਬ ਅਸੀਂ ਏਦਾਂ ਚਾਹੁੰਦੇ ਆ ਕਿ ਕੋਈ ਆਏ ਤੇ ਉਹਦੀ ਅੱਖਾਂ ਅੱਡੀਆਂ ਰਹਿ ਜਾਣ ਕਿ ਵਾਹ ਆਹ ਡਰੈਸ ਪਾਈ, ਵਾਹ ਆਹ ਕੈਟਰਰ ਕੀਤੇ, ਕਿਆ ਡੈਕੋਰੇਸ਼ਨ ਸੀ, ਕਿਆ ਸਜਾਵਟ ਸੀ। ਉਹ ਕੀ ਹੈ, ਸਾਡਾ ਰਸ ਹੀ ਤਾਂ ਹੈ ਹਨਾ, ਪਰ ਉਹ ਮਾਇਆ ਦਾ ਰਸ ਹੈ, ਕਿਉਂਕਿ ਉਹ ਮਾਇਆ ਦਾ ਰਸ ਸ਼ਾਰਟ ਲਿਵਡ ਹੈ, ਟੈਂਪਰੇਰੀ ਆ, ਤੁਹਾਡੀ એનર્ਜੀ ਡਰੇਨ ਕਰ ਜਾਏਗਾ। ਉਦਾਂ ਦਾ ਹੀ ਮਿਲਦਾ ਜੁਲਦਾ ਰਸ ਅਸੀਂ ਕੁਦਰਤ ਚੋਂ ਲੱਭਣਾ, ਜਿਹੜਾ ਕਿ ਪਰਮਾਨੈਂਟ ਹੋਵੇ। ਸੋ ਅਚਰਜਤਾ ਦਾ ਰਸ ਵੀ ਵਿਸਮਾਦਿਕ ਰਸ ਹੈ। ਸੋ ਇਹਨਾਂ ਨੂੰ ਹੁਣ ਆਪਾਂ ਜੇ ਇਕੱਠੇ ਕਰ ਲਈਏ, ਵਿਸਮਾਦ ਅਵਸਥਾ ਦੀ ਅੰਬਰੇਲਾ ਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਜਦੋਂ ਮੇਰੇ ਮਨ ਦੇ ਵਿੱਚ ਇੱਕ ਐਟੀਟਿਊਡ ਆ ਗਿਆ, ਮੇਰੇ ਮਨ 'ਚ ਸਮਝ ਆ ਗਈ ਕਿ ਸਮਝ ਤੋਂ ਪਰੇ ਹੈ ਹਨਾ, ਤੁਸੀਂ ਅੰਦਰ ਗਿਆਨੀ ਹੋ ਕੇ ਵੀ, ਸਾਰੀਆਂ ਪੜ੍ਹਾਈਆਂ ਕਰਕੇ ਵੀ, ਸਾਰਾ ਕੁਝ ਸਮਝ ਕੇ ਵੀ ਅੰਦਰ ਇੱਕ ਤੁਸੀਂ ਪਿਆਰੀ ਜਿਹੀ ਨਿਮਰਤਾ 'ਚ ਰਹਿੰਦੇ ਹੋ ਕਿ ਹਾਂ ਮੈਨੂੰ ਚਾਹੇ ਜਿੰਨਾ ਮਰਜ਼ੀ ਪਤਾ ਹੈ, ਪਰ ਮੇਰੀ ਸਮਝ ਤੋਂ ਪਰੇ ਹੈ, ਫਿਰ ਵੀ ਕੁਝ ਹੈ ਹਨਾ। ਉਸ ਤੋਂ ਬਾਅਦ ਆ ਗਿਆ ਕੁਦਰਤ ਵਿਸਮਾਦ। ਕੁਦਰਤ ਇੱਕ ਵਿਸਮਾਦ ਦਾ ਰੂਪ ਹੈ। ਜਿੰਨਾ ਤੁਸੀਂ ਕੁਦਰਤ ਨੂੰ ਸੈਂਸਿਟਿਵ ਹੋ ਕੇ ਦੇਖੋਗੇ, ਮਾਣਨ ਦੀ ਕੋਸ਼ਿਸ਼ ਕਰੋਗੇ, ਉਹਦੇ ਵਿੱਚ ਹਾਉ ਦੇਖੋਗੇ, ਵਾਈ ਦੇਖੋਗੇ, ਇਹ ਏਦਾਂ ਕਿਉਂ ਬਣਿਆ, ਏਦਾਂ ਕਿੱਦਾਂ ਬਣਿਆ, ਫਿਰ ਤੁਹਾਨੂੰ ਕਈ ਵਾਰੀ ਆਨਸਰਸ ਮਿਲ ਕੇ ਹੋਰ ਵਿਸਮਾਦ ਆਏਗਾ ਹੈਨਾ। ਕਈ ਤਰ੍ਹਾਂ ਦੇ ਜੀਵ ਜੰਤੂ ਹੈ, ਕੋਈ ਰੇਂਗ ਕੇ ਚੱਲਦਾ ਹੈ, ਕੋਈ ਦੌੜਦਾ ਹੈ, ਕੋਈ ਉੱਡਦਾ ਹੈ, ਤੇ ਉਹਨਾਂ ਦੇ ਖਾਣੇ ਕਿਸ ਤਰ੍ਹਾਂ ਦੇ ਨੇ ਹਨਾ। ਹਰ ਚੀਜ਼ ਦੇ ਪਿੱਛੇ ਜਦੋਂ ਤੁਸੀਂ ਰੀਜ਼ਨਸ ਫਾਈਂਡ ਕਰੋਗੇ, ਕਈ ਵਾਰੀ ਤੁਸੀਂ ਡਿਸਕਵਰੀ ਚੈਨਲ ਬਹੁਤ ਦੇਖਦੇ ਹੋ, ਤੁਹਾਨੂੰ ਬੜਾ ਹੀ ਆਨੰਦ ਆਉਂਦਾ ਕਿ ਵਾਓ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਉਸ ਚੀਜ਼ ਨੂੰ ਵਰਣਨ ਵੀ ਕੀਤਾ। ਪਿੱਛੇ ਜੇ ਇੱਕ WhatsApp ਮੈਸੇਜ ਚੱਲਿਆ ਸੀਗਾ, ਉਹ ਕਿਸੇ ਪਿਆਰੇ ਗੁਰਸਿੱਖ ਨੇ ਡਿਸਕਵਰੀ ਚੈਨਲ ਤੋਂ ਉਹ ਰਿਸਰਚ ਦੇਖ ਕੇ ਉਹ ਪੰਕਤੀ ਨਾਲ ਰਿਲੇਟ ਕਰਕੇ ਵੀਡੀਓ ਭੇਜੀ, ਤੇ ਉਹਦੇ ਵਿੱਚ ਕੀ ਦਿਖਾਇਆ ਜਾਂਦਾ ਕਿ ਇੱਕ ਜਿਹੜੀ ਮੱਛੀ ਹੈ ਤਲਾਬ ਤੋਂ ਉੱਡ ਕੇ ਦਰਖਤ ਦੇ ਪੱਤੇ ਤੇ ਜਾ ਕੇ ਅੰਡਾ ਦਿੰਦੀ ਹੈ, ਜੋ ਵੀ ਉਹਦਾ ਬੱਚਾ ਬਣਦਾ ਹੈ, ਤੇ ਉਹ ਜਦੋਂ ਬੱਚਾ ਬਣ ਜਾਂਦਾ ਉਹ ਫਿਰ ਛਾਲ ਮਾਰ ਕੇ ਨਦੀ 'ਚ ਆਉਂਦਾ। ਮਤਲਬ ਇਹ ਵਾਲੀ ਜਿਹੜੀ ਹੈਰਾਨੀਜਨਕ ਚੀਜ਼ ਦਿਖਾਈ ਗਈ ਸੀਗੀ, ਤੇ ਉਹ ਮਹਾਰਾਜ ਨੇ ਵਰਣਨ ਕੀਤੀ ਹੋਈ ਹੈ ਹਨਾ। ਤੇ ਇਹ ਮੈਨੂੰ ਇਹ ਵੀ ਹੈਰਾਨਗੀ ਹੋਈ ਵੀ ਵਾਹ, ਡਿਸਕਵਰੀ ਵਾਲਿਆਂ ਨੇ ਦੇਖੋ ਕੈਮਰੇ ਲਾ ਕੇ ਕਿੱਦਾਂ ਉਹ ਚੀਜ਼ ਨੂੰ ਅਬਜ਼ਰਵ ਕੀਤਾ। ਫਿਰ ਗੁਰੂ ਮਹਾਰਾਜ ਨੂੰ ਗਿਆਨ ਕਿੱਥੋਂ ਹੋਇਆ, ਕਿਵੇਂ ਮਹਾਰਾਜ ਨੇ ਧਿਆਨ ਜੋੜਿਆ, ਜਾਂ ਸੱਚਮੁੱਚ ਜੰਗਲ 'ਚ ਭਗਤੀ ਕਰਦੇ ਕਰਦੇ ਉਹਨਾਂ ਨੇ ਵੀ ਦੇਖਿਆ, ਕਿਸ ਤਰ੍ਹਾਂ ਉਹਨਾਂ ਨੂੰ ਪਤਾ ਚੱਲਿਆ ਵੀ ਇੱਕ ਮੱਛੀ ਤਲਾਬ ਤੋਂ ਉੱਡ ਕੇ ਪੇੜ ਇੰਨੀ ਹਾਈਟ ਤੇ ਗਈ, ਪੇੜ ਤੇ ਜਾ ਕੇ ਅੰਡਾ ਦਿੱਤਾ ਔਰ ਬੱਚਾ ਬਣਿਆ। ਜਦੋਂ ਫਿਰ ਉਹਨੇ ਮਤਲਬ ਉਹ ਬੱਚਾ ਜਿਹੜਾ ਫਿਰ ਉਸਨੇ ਛਲਾਂਗ ਮਾਰੀ, ਤਲਾਬ ਵਿੱਚ ਆਇਆ। ਸੋ ਇਸ ਤਰ੍ਹਾਂ ਫਿਰ ਵਿਸਮਾਦ ਭਰੋਸਾ ਹੈ। ਜਦੋਂ ਅਸੀਂ ਅਦ੍ਰਿਸ਼ਟ ਦੀ ਕੁਦਰਤ ਦੇਖ ਰਹੇ ਹਾਂ ਹਨਾ, ਸਿਫਤ ਸਲਾਹ ਵੀ ਵਿਸਮਾਦ, ਉਹਦੇ ਗੁਣ ਗਾ ਰਹੇ ਹਾਂ, ਪ੍ਰੇਮ ਰਸ, ਅਚਰਜਤਾ ਦਾ ਰਸ, ਨਿਮਰਤਾ ਸਭ ਤੋਂ ਵੱਡੀ, ਕਿਉਂਕਿ ਕੋਮਲਤਾ ਤੇ ਨਿਮਰਤਾ ਇੱਕੋ ਗੱਲ ਹੈ। ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਮੰਨ ਲੈਂਦੇ ਆ, ਫਿਕਸ ਹੋ ਜਾਂਦੇ ਆ ਨਾ, ਫਿਰ ਅਸੀਂ ਕਿਸੇ ਦੀ ਸੁਣਦੇ ਨਹੀਂ। ਫਿਰ ਸਾਨੂੰ, ਕਿਉਂਕਿ ਦੇਖੋ ਇਨਫੋਰਮੇਸ਼ਨ ਦਾ ਜ਼ਮਾਨਾ ਹੈਗਾ, ਗੂਗਲ ਤੇ ਅਸੀਂ ਬਹੁਤ ਸਾਰੀ ਇਨਫੋਰਮੇਸ਼ਨ ਪੜ੍ਹਦੇ ਆ, ਸਾਨੂੰ ਪਤਾ ਨਹੀਂ ਚੱਲਦਾ ਉਹ ਇਕੱਠੀ ਹੋ ਕੇ ਕਦੋਂ ਸਾਡੀ ਨੌਲੇਜ ਬਣ ਜਾਂਦੀ ਹੈ, ਤੇ ਕਦੋਂ ਅਸੀਂ ਆਪਣੇ ਆਪ ਨੂੰ ਕਨਫਾਈਨ ਕਰ ਲੈਂਦੇ ਕਿ ਬਸ ਹਾਂ ਜੋ ਅਸੀਂ ਪੜ੍ਹਿਆ ਹੈ, ਜਿੰਨਾ ਹੀ ਪੜ੍ਹਿਆ ਬਸ ਇਸ ਤੋਂ ਉੱਪਰ ਕੁਛ ਨਹੀਂ ਹੈ, ਇਹੀ ਹੈ, ਇਹੀ ਟਰੂ ਹੈ, ਇਹੀ ਫੈਕਟ ਹੈ। ਇਹ ਐਟੀਟਿਊਡ ਨੂੰ ਅਗਰ ਤੁਸੀਂ ਵਾਚਣਾ ਸ਼ੁਰੂ ਕਰੋਗੇ, ਤੁਹਾਡੀ ਜ਼ਿੰਦਗੀ ਦੀਆਂ ਅੱਧੀਆਂ ਲੜਾਈਆਂ ਮੈਨੂੰ ਲੱਗਦਾ 70-80% ਖਤਮ ਹੋ ਜਾਣਗੇ। ਕਿਉਂਕਿ ਹਰ ਟਾਈਮ ਜੇ ਕਿਸੇ ਦੀ ਕਲੀਗਸ ਨਾਲ ਬਹਿਸ ਹੋ ਰਹੀ ਹੈ, ਫੈਮਿਲੀ ਮੈਂਬਰਸ ਨਾਲ ਬਹਿਸ ਹੋ ਹੀ ਇਸੇ ਕਰਕੇ ਰਹੀ ਹੈ ਕਿ ਬੰਦਾ ਅੜਿਆ ਖੜਾ। ਜਦ ਕਿ ਜੇ ਤੁਸੀਂ ਕੋਮਲਤਾ 'ਚ ਆ ਗਏ, ਸੁਣਨਾ ਸ਼ੁਰੂ ਕਰਤਾ, ਜਦੋਂ ਸੁਣਿਆ ਨਾ, ਸਭ ਤੋਂ ਪਹਿਲਾਂ ਸੁਣਨਾ ਹੀ ਇੱਕ ਬੜਾ ਵੱਡਾ ਗੁਣ ਹੈ। ਜਿਹੜਾ ਸੁਣਾਉਣ ਵਾਲਾ ਪਹਿਲਾਂ ਤਾਂ ਉਹਨੂੰ ਹੀ ਸੁੱਖ ਮਿਲ ਜਾਂਦਾ, ਮੇਰੀ ਗੱਲ ਕਿਸੇ ਨੇ ਸੁਣੀ। ਅੱਜ ਦੇ ਸਮੇਂ ਵਿੱਚ ਅਸੀਂ ਸੁਣਨ ਦੀ ਹੀ ਨਹੀਂ ਰੱਖ ਪਾਉਂਦੇ ਹੈ ਨਾ। ਫਿਰ ਅਡੋਲਤਾ, ਜਦੋਂ ਅਸੀਂ ਕਾਦਰ ਇੰਨਾ ਸ਼ਕਤੀਸ਼ਾਲੀ ਕੁਦਰਤ ਨੂੰ ਵੇਖਦੇ ਹਾਂ,
ਪਸਰਿਆ ਹੋਇਆ ਪਸਾਰਾ ਦੇਖਦੇ ਹਾਂ ਤੇ ਸਾਨੂੰ ਅਦ੍ਰਿਸ਼ ਸ਼ਕਤੀ ਤੇ ਭਰੋਸਾ ਬਣਦਾ ਹੈ, ਤੇ ਫਿਰ ਸਾਡੇ ਚ ਸਹਿਜਤਾ ਅਡੋਲਤਾ ਆ ਜਾਂਦੀ ਹੈ। ਜਿਹੜੀ ਉਹ ਅਡੋਲਤਾ ਹੈਗੀ ਹੈ ਉਹ ਵੀ ਇੱਕ ਵਿਸਮਾਦ ਦਾ ਇੱਕ ਅੰਸ਼ ਹੈ ਨਾ। ਸੋ ਇਹ ਕੁਝ ਗੁਣ ਨੇ ਜੀ ਜੋ ਮੈਨੂੰ ਲੱਗਦਾ ਕਿ ਇਹ ਸਾਰੇ ਵਿਸਮਾਦ ਨਾਲ ਜੁੜੇ ਹੋਏ ਵਿਸਮਾਦ ਦਾ ਹੀ ਰੂਪ ਨੇ। ਸੋ ਅੱਗੇ ਇੱਕ ਚੀਜ਼ ਹੋਰ ਹੈ, ਇੱਕ ਜਿਵੇਂ ਅਸੀਂ ਫਿਕਸ ਹੋ ਜਾਂਦੇ ਹਾਂ ਨਾ, ਉਹਦੇ ਨਾਲ ਇੱਕ ਸਾਈਕੋਲੋਜਿਸਟ ਦੀ ਇੱਕ ਜੁੜੀ ਹੋਈ ਗੱਲ ਵੀ ਹੈ। ਪਾਵਲੋਵ ਨਾਮ ਦਾ ਇੱਕ ਸਾਈਕੋਲੋਜਿਸਟ, ਉਹਨੇ ਇਹ ਦੱਸਿਆ ਸੀਗਾ ਕਿ ਜਦੋਂ ਹਿਊਮਨ ਮਾਈਂਡ ਰੋਜ਼ ਇੱਕ ਤਰ੍ਹਾਂ ਦਾ ਕੰਮ ਕਰ ਰਿਹਾ ਨਾ, ਤੇ ਫਿਰ ਉਹਦੀ ਕੰਡੀਸ਼ਨਿੰਗ ਹੋ ਜਾਂਦੀ ਹੈ ਨਾ। ਜਿਵੇਂ ਸਪੋਜ਼ ਆਪਾਂ ਵੈਸੇ ਵੀ ਰੋਜ਼ ਆਪਾਂ ਇੱਕ ਸਕੂਲ ਜਾ ਰਹੇ ਹਾਂ ਡੇਲੀ, ਤੇ ਰਸਤਾ ਰਟਿਆ ਜਾਂਦਾ, ਰੈੱਡ ਲਾਈਟ ਤੇ ਰੁਕਣਾ ਹੈ, ਫਿਰ ਇੱਧਰਲਾ ਮੋੜ ਆਇਆ, ਇੱਧਰਲਾ ਮੋੜ ਆਇਆ, ਕਈ ਵਾਰੀ ਸਾਨੂੰ ਆਪਣੇ ਖਿਆਲਾਂ 'ਚ ਯਾਦ ਵੀ ਨਹੀਂ ਰਹਿੰਦਾ ਕਿ ਅਸੀਂ ਉਹ ਵਾਲਾ ਮੋੜ ਕਦੋਂ ਮੁੜੇ ਹਨਾ। ਇਹ ਹੈ ਸਾਡੀ ਕੰਡੀਸ਼ਨਿੰਗ ਹੋਈ ਹੁੰਦੀ, ਸਾਡੀ ਫਿਕਸ ਹੋਈ ਹੁੰਦੀ ਹੈ। ਤੇ ਜਦੋਂ ਵੀ ਕਿਸੇ ਚੀਜ਼ ਦੀ ਫਿਕਸ ਹੋ ਜਾਂਦਾ ਨਾ, ਤਾਂ ਉਹ ਕਠੋਰ ਹੋ ਜਾਂਦਾ, ਉਹਦੀ ਪਕਿਆਈ ਹੋ ਜਾਂਦੀ ਹੈ ਹਨਾ, ਕਠੋਰਤਾ ਨਾਲ। ਪਰ ਅਗਰ ਅਸੀਂ ਮਤਲਬ ਇਹ ਤਾਂ ਇੱਕ ਚਲੋ ਐਗਜ਼ਾਮਪਲ ਮਾਤਰ, ਮੈਂ ਕੰਡੀਸ਼ਨਿੰਗ ਦੇ ਐਗਜ਼ਾਮਪਲ ਦੇਣ ਦੀ ਗੱਲ ਕਰ ਰਹੀ ਸੀ, ਪਰ ਅਸੀਂ ਇਮੋਸ਼ਨਲ ਬੇਸ ਤੇ ਹਮੇਸ਼ਾ ਚੈੱਕ ਕਰਦੇ ਰਹਿਣਾ ਵੀ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਕਲੇਸ਼ ਜਾਂ ਕੋਈ ਅਸੁਖਾਵੀਂ ਜਾਂ ਕੋਈ ਅਨਕੰਫਰਟੇਬਲ ਸਿਚੁਏਸ਼ਨ ਆਉਂਦੀ ਹੈ, ਤਾਂ ਉਹਦੇ ਵਿੱਚ ਮੈਂ ਹਾਊ ਤੇ ਵਾਈ ਕਰਨਾ ਵੀ ਕੀ ਕਿਤੇ ਮੈਂ ਮੇਰੀ ਕੋਈ ਕੰਡੀਸ਼ਨਿੰਗ ਕਰਕੇ ਮੈਂ ਫਿਕਸ ਤਾਂ ਨਹੀਂ ਹੈ ਨਾ। ਸਾਹਮਣੇ ਵਾਲੇ ਦੀ ਗੱਲ ਨਾਲ ਜਦੋਂ ਮੈਂ ਡਿਸਐਗਰੀ ਕਰ ਰਿਹਾ ਵਾਂ ਜਾਂ ਸਾਹਮਣੇ ਵਾਲੇ ਦੀ ਮੈਂ ਰਿਸਪੈਕਟ ਨਹੀਂ ਕਰ ਪਾ ਰਿਹਾ ਹਾਂ, ਤੇ ਉਹਦੇ ਵਿੱਚ ਮੈਂ ਆਪਣੀ ਜਿਹੜੀ ਕੰਡੀਸ਼ਨਿੰਗ ਹੋਈ ਉਹਨੂੰ ਹਮੇਸ਼ਾ ਵਾਚਣਾ ਹੈ, ਉਹਨੂੰ ਹਮੇਸ਼ਾ ਉਹ ਕਰਨਾ। ਇਹਨੂੰ ਕਰਨ ਦੇ ਵਿੱਚ ਤੁਹਾਨੂੰ ਜਿਹਨੂੰ ਕਹਿੰਦੇ ਹੀਲਿੰਗ ਸੈਂਟੈਂਸਸ, ਕੁਝ ਸਾਇੰਸ ਦੇ ਵਿੱਚ ਲਾਈਕ ਮੈਂ ਆਰਟੀਕਲ 'ਚ ਪੜ੍ਹ ਰਹੀ ਸੀ, ਉਹਨਾਂ ਨੇ ਦੱਸਿਆ ਵੀ ਬੜੇ ਹੀ ਸਿੰਪਲ, ਬੜੇ ਹੀ ਪਿਆਰੇ ਹੀਲਿੰਗ ਵਰਡਸ ਨੇ ਆਪਣੀ ਕਠੋਰਤਾ ਨੂੰ ਪਿਘਲਾਉਣ। ਦੇਖੋ ਕਠੋਰਤਾ ਨੂੰ ਜਿਹੜੀ ਪਿਘਲਾਉਂਦੀ ਹੈ ਉਹ ਇੱਕ ਤਾਂ ਪਿਘਲਾਉਂਦੀ ਹੈ ਬਿਊਟੀ। ਜਿੰਨਾ ਕੁਦਰਤ ਦੀ ਸੁੰਦਰਤਾ 'ਚ ਅਸੀਂ ਜਾਣਦੇ ਹਾਂ, ਜਿੰਨੀ ਕੁਦਰਤ ਦੀ ਸੁੰਦਰਤਾ 'ਚ ਅਸੀਂ ਜਾਣਦੇ ਹਾਂ, ਅਹਿਸਾਸ ਕਰਦੇ ਹਾਂ, ਸਾਡੀ ਅੰਦਰਲੀ ਕਠੋਰਤਾ ਜਿਹੜੀ ਹੈ ਉਹ ਖਤਮ ਹੁੰਦੀ ਹੈ। ਐਗਜ਼ਾਮਪਲ ਮੈਂ ਜੇ ਤੁਹਾਨੂੰ ਦੱਸਾਂ ਕਿਵੇਂ, ਹੁਣ ਜਿਵੇਂ ਅੱਜ ਕੱਲ੍ਹ ਸਭ ਨੇ ਇਹ ਪ੍ਰੋਬਲਮ ਤਾਂ ਸੁਣੀ ਹੋਏਗੀ, ਸਟਿਫਨੈਸ ਦੀ ਪ੍ਰੋਬਲਮ। ਸਾਨੂੰ ਸਾਰਿਆਂ ਨੂੰ ਸਟਿਫਨੈਸ ਹੋ ਜਾਂਦੀ ਹੈ। ਪਹਿਲੇ ਬਜ਼ੁਰਗੀ ਵਿੱਚ ਜਾ ਕੇ ਹੁੰਦੀ ਸੀਗੀ, ਹੁਣ ਯੰਗ ਏਜ ਵਿੱਚ ਬਹੁਤ ਜ਼ਿਆਦਾ ਸਟਿਫਨੈਸ ਹੁੰਦੀ। ਸਟਿਫਨੈਸ ਕੀ ਹੁੰਦੀ ਹੈ ਨਾ, ਫਲੈਕਸੀਬਿਲਿਟੀ ਦਾ ਘਟਣਾ ਹੀ ਸਟਿਫਨੈਸ ਹੁੰਦੀ ਹੈ ਨਾ। ਤੇ ਸਟਿਫਨੈਸ, ਮੈਂ ਤਾਂ ਕਹੂੰਗੀ ਸਟਿਫਨੈਸ ਕਠੋਰਤਾ ਹੋ ਗਈ ਹੈ ਨਾ। ਜਦੋਂ ਤੁਹਾਡੇ ਅੰਦਰ ਸਟਿਫਨੈਸ ਹੁੰਦੀ ਹੈ, ਡਾਕਟਰ ਤੁਹਾਨੂੰ ਕਹੇਗਾ ਵਾਕ ਕਰੋ, ਤੁਹਾਨੂੰ ਇਹ ਕਹੇਗਾ ਤੁਸੀਂ ਕੁਦਰਤ ਦੇ ਵਿੱਚ ਬੈਠੋ, ਤੁਸੀਂ ਗਾਰਡਨ ਦੇ ਵਿੱਚ ਬੈਠੋ, ਉੱਥੇ ਥੋੜਾ ਰਿਲੈਕਸ ਕਰੋ, ਤੁਹਾਡੀ ਸਟਿਫਨੈਸ ਘਟੂ। ਸੋ ਮਤਲਬ ਇੱਥੇ ਆ ਕੇ ਫਿਰ ਵਿਸਮਾਦ ਆਉਂਦਾ ਵੀ ਜਿਹੜੀ ਤੁਹਾਡੀ ਕਠੋਰਤਾ ਹੈ ਨਾ, ਉਸ ਚੀਜ਼ ਨੂੰ ਕੁਦਰਤ ਤੋੜ ਸਮਰੱਥਾ ਰੱਖਦੀ ਹੈ। ਤੁਸੀਂ ਕੁਦਰਤ ਦੇ ਵਿੱਚ ਜਦੋਂ ਵਿਚਰਦੇ ਹੋ, ਤੁਸੀਂ ਜਦੋਂ ਵਾਕ ਕਰਦੇ ਹੋ, ਤਾਂ ਇੱਕ ਡਾਕਟਰ ਦਾ ਹੀ ਇਲਾਜ ਹੈਗਾ, ਪਰ ਸਾਨੂੰ ਤਾਂ ਗੁਰਬਾਣੀ ਹਰ ਜਗ੍ਹਾ ਤੁਸੀਂ ਵਿਸਮਾਦ ਨਾਲ ਕੁਦਰਤ ਜ਼ਰੂਰ ਜੁੜਿਆ ਹੋਇਆ ਮੈਕਸਿਮਮ ਟਾਈਮ ਪੜੋਗੇ। ਤੇ ਮੈਂ ਗੱਲ ਕਰ ਰਹੀ ਸੀ ਹੀਲਿੰਗ ਵਰਡਸ ਦੀ। ਹੀਲਿੰਗ ਵਰਡਸ ਨੇ ਆਈ ਐਮ ਸੌਰੀ। ਸੋ ਕਿੰਨਾ ਆਮ ਜਿਹਾ ਸ਼ਬਦ ਹੈ ਨਾ, ਬਟ ਜਦੋਂ ਅਸੀਂ ਵਿਸਮਾਦ ਅਵਸਥਾ ਦੇ ਗ੍ਰਹਿਣੀ ਹੁੰਦੇ ਹਾਂ ਨਾ, ਤੇ ਜਦੋਂ ਸਾਡੇ ਅੰਦਰ ਇਹ ਭਾਵਨਾ ਆਉਂਦੀ ਹੈ ਤੇ ਥੈਂਕ ਯੂ, ਫਿਰ ਆਂਦਾ ਪਲੀਜ਼ ਫੋਰਗਿਵ ਮੀ, ਹੈ ਨਾ ਗਲਤੀ ਹੋਣ ਦੇ ਬਾਵਜੂਦ ਵੀ ਅਸੀਂ ਮਾਫੀ ਮੰਗਦੇ ਆ, ਉਹਦਾ ਮਤਲਬ ਇਹ ਹੁੰਦਾ ਹੈ ਕਿ ਸਾਨੂੰ ਸਾਹਮਣੇ ਵਾਲੇ ਦੇ ਇਮੋਸ਼ਨ ਦੀ, ਸਾਹਮਣੇ ਵਾਲੇ ਦੇ ਦਿਲ ਦੀ ਕਿੰਨੀ ਜ਼ਿਆਦਾ ਉਹ ਫਿਕਰ ਰਹਿੰਦੀ ਹੈ, ਅਨਕੰਡੀਸ਼ਨਲ ਲਵ ਸਾਡੇ ਅੰਦਰ ਹੈਗਾ। ਸੋ ਇਦਾਂ ਦੇ ਸੈਂਟੈਂਸਿਸ ਹੈ ਨਾ, ਹਮੇਸ਼ਾ ਅਹਿਸਾਸ ਕਰਾਉਣਾ ਆਪਣੇ ਮਾਤਾ ਜੀ ਨੂੰ, ਆਪਣੇ ਆਲੇ ਦੁਆਲੇ ਨੂੰ ਕਿ ਅਸੀਂ ਤੁਹਾਨੂੰ ਕਿੰਨਾ ਪਿਆਰ ਕਰਦੇ ਹਾਂ। 3-4 ਗੱਲਾਂ, ਪਿਆਰ ਕਰਨਾ, ਸ਼ੁਕਰਾਨਾ ਕਰਨਾ, ਠੀਕ ਹੈ, ਮਾਫੀ ਮੰਗ ਲੈਣੀ, ਹੈ ਨਾ। ਸੋ ਇਹ ਜਿਹੜੇ ਹੀਲਿੰਗ ਵਰਡਸ ਨੇ, ਇਹ ਵਿਸਮਾਦ ਅਵਸਥਾ ਨਾਲ ਸਹਿਜੇ ਹੀ ਤੁਹਾਡੇ ਅੰਦਰ ਦੀ ਐਟੀਟਿਊਡ ਬਣਾ ਦਿੰਦੇ ਨੇ। ਸੋ ਹੁਣ ਇਹ ਆਸਾ ਕੀ ਵਾਰ ਦੀ ਪੌੜੀ ਹੈਗੀ ਹੈ ਜੀ, ਸ਼ਲੋਕ ਹੈ ਸੌਰੀ। ਹੁਣ ਇਹਦੇ ਵਿੱਚ ਆਪਾਂ ਸਾਰਿਆਂ ਨੇ ਪਾਠ ਹੀ ਕੀਤਾ ਹੋਇਆ ਹੈ, ਨਾਦ, ਵੇਦ, ਜੀ, ਭੇਦ, ਰੂਪ, ਰੰਗ, ਸਾਰਾ ਕੁਝ ਜਿਹਨੂੰ ਕਹਿੰਦਾ ਨਾ ਐਵਰੀਥਿੰਗ ਵਿਸਮਾਦ, ਸਾਰਾ ਕੁਝ ਵਿਸਮਾਦ ਹੈ ਜਦੋਂ ਤੁਹਾਡੇ ਅੰਦਰ ਉਹ ਅਵਸਥਾ ਹੁੰਦੀ। ਜਿਵੇਂ ਪੌਣ ਹੈ ਹਨਾ, ਅਗਰ ਤੁਸੀਂ ਪੌਣ ਦੀ ਗੱਲ ਕਰੋ ਤੇ ਉਹਦੇ ਨਾਲ ਕਿਸ ਤਰ੍ਹਾਂ ਇੱਕ ਫੁੱਲ ਦੀ ਖੁਸ਼ਬੂ ਹੈ, ਹਵਾ ਦੀ ਵਜ੍ਹਾ ਨਾਲ ਹੀ ਤੁਹਾਡੇ ਨੱਕ ਤੱਕ ਪਹੁੰਚ ਰਹੀ ਹੈ, ਵਾਜੇ ਵੱਜ ਰਹੇ ਨੇ, ਉਹ ਵੀ
ਇੱਕ ਹਵਾ ਨਾਲ ਜੇ ਬਾਂਸੁਰੀ ਵੱਜ ਰਹੀ ਹੈ ਹਨਾ, ਤੇ ਇਹ ਹਰ ਇੱਕ ਚੀਜ਼ ਜਿਹੜੀ ਹੈ ਇਹ ਮਾਇਆ ਰੂਪੀ ਰੂਪ ਵੀ ਲੈ ਸਕਦੀ ਹੈ। ਮਾਇਆ ਦੇ ਵਿਸਮਾਦ ਵਿੱਚ ਜਿਵੇਂ ਨਾਦ ਹੈ, ਹੁਣ ਇਹ ਨਾਦ ਜਿਹੜੇ ਨੇ, ਰਾਗ ਵੱਜਦੇ ਨੇ, ਹੁਣ ਅਸੀਂ ਗਾਣੇ ਸੁਣ ਲਈਏ, ਚਾਹੇ ਅਸੀਂ ਗਲਤ ਨਾਦ ਸੁਣ ਕੇ ਅਸੀਂ ਕਾਮ ਅਵਸਥਾ ਵਿੱਚ ਚਲੇ ਜਾਈਏ, ਗਲਤਾਨ ਹੋ ਜਾਈਏ, ਉਸ ਟਾਈਮ ਤੇ ਤੁਹਾਨੂੰ ਟੈਂਪਰੇਰੀ ਵਿਸਮਾਦ ਰਸ ਆਣਗੇ ਸਾਰੇ, ਬਟ ਉਹ ਕੀ ਕਰਨ ਵਾਲੇ ਹੋਣਗੇ, ਉਹ ਤੁਹਾਡੇ ਸ਼ਾਰਟ ਲਿਵਡ ਹੋਣਗੇ, ਤੇ ਉਹ ਤੁਹਾਡੇ ਅਸਲੇ ਤੋਂ ਤੁਹਾਨੂੰ ਦੂਰ ਕਰਨ ਵਾਲੇ ਹੋਣਗੇ। ਪਰ ਜੇ ਅਸੀਂ ਉਹੀ ਨਾਦ, ਜੇ ਤੰਤੀ ਸਾਜ਼ਾਂ ਵੱਲ ਚਲੇ ਜਾਈਏ, ਉਹੀ ਇੱਧਰ ਨੂੰ ਚਲੀਏ ਵੀ ਇੱਕ ਇੱਕ ਸੁਰ ਨਾਲ ਇੱਕ ਇੱਕ ਰਾਗ ਹੀ ਬਦਲ ਜਾਂਦਾ, ਇੱਕ ਸੁਰ ਬਦਲਿਆ ਤੇ ਰਾਗ ਹੀ ਬਦਲ ਗਿਆ, ਹੈਨਾ, ਤੇ ਉਹ ਰਾਗਾਂ ਦੇ ਨਾਲ ਅਸੀਂ ਗੁਰਬਾਣੀ ਪੜ੍ਹ ਕੇ ਜੁੜ ਰਹੇ ਹਾਂ ਅਸਲੇ ਨਾਲ, ਤੇ ਫਿਰ ਉਹ ਵਿਸਮਾਦ ਕਿੱਦਾਂ ਦਾ ਰੂਪ ਲੈ ਰਿਹਾ ਹੈ ਨਾ। ਕਿਸੇ ਨੂੰ ਭੁੱਖ ਮਾਇਆ ਦੀ ਭੁੱਖ ਹੈ, ਵਿਸਮਾਦ ਭੁੱਖ, ਵਿਸਮਾਦ ਭੁੱਖ, ਹੈਨਾ, ਤੇ ਕਿਸੇ ਨੂੰ ਭੁੱਖ ਹੈਗੀ ਹੈ ਨਾਮ ਰਸ ਦੀ ਭੁੱਖ ਹੈਗੀ ਹੈ, ਹੈਨਾ। ਤੋ ਜਿੱਦਾਂ ਦਾ ਵੀ ਇਹਦੇ ਵਿੱਚ ਮੈਨੂੰ ਜਿੰਨੀਆਂ ਵੀ ਚੀਜ਼ਾਂ ਪੜ੍ਹ ਕੇ ਲੱਗ ਰਹੀਆਂ, ਮੈਨੂੰ ਇਹ ਲੱਗਦਾ ਕਿ A to Z ਆਲੇ ਦੁਆਲੇ ਜੋ ਤੁਹਾਡੇ ਚ ਐਟੀਟਿਊਡ ਆ ਜਾਂਦਾ ਨਾ, ਤੁਹਾਨੂੰ ਸਾਰਾ ਕੁਝ ਹੀ ਵਿਸਮਾਦ ਲੱਗਣ ਆ ਜਾਂਦਾ ਹੈ ਨਾ। ਹੁਣ ਇੱਥੇ ਉਹਨਾਂ ਨੇ ਦੱਸਿਆ ਕਿ ਵਿਸਮਾਦ ਜੀ ਕਦੀ ਤਾਂ ਤੁਸੀਂ ਦੇਖੋਗੇ, ਦੇਖੋ ਜੀ ਮਾਟੀ का पुतला कैसे नचत है ना, ਉਹੀ ਜੀਵ ਇੱਕ ਸਾਧੂ ਬਣਿਆ ਬੈਠਾ ਹੈ, ਐਨ ਜੁੜਿਆ ਬੈਠਾ, ਸਹਿਜ ਅਵਸਥਾ ਦੇ ਵਿੱਚ ਹੈ, ਉਹੀ ਮਾਇਆ ਦੇ ਵਿੱਚ ਮਤਲਬ ਅਲੱਗ-ਅਲੱਗ ਤੁਸੀਂ ਦੇਖੋਗੇ ਤੇ ਤੁਸੀਂ ਵਾਹਿਗੁਰੂ ਜੀ ਦੇ ਨਾਲ ਜੁੜਦੇ ਜਾਓਗੇ। ਸੋ ਇਸ ਤੋਂ ਬਾਅਦ ਮੈਂ ਇੱਕ ਅੱਧੀ ਚੀਜ਼ ਹੋਰ ਜਿਹੜੀ ਜਸਟ ਜਿਹਨੂੰ ਕਹਿੰਦੇ ਆ ਵੀ ਕਨਕਲੂਡ ਕਰਨ ਦੇ ਲਈ, ਸਟਾਰਟ ਮੇਰਾ ਹੋਇਆ ਸੀਗਾ ਕਿ ਹਾਂਜੀ ਵਿਸਮਾਦ, ਸਭ ਤੋਂ ਪਹਿਲਾਂ ਤਾਂ ਅਸੀਂ ਅਚਰਜਤਾ ਚ ਚਲੇ ਗਏ, ਉਹ ਵੀ ਇੱਕ ਆਪਣੇ ਆਪ ਦੇ ਵਿੱਚ ਰਸ ਆਇਆ ਹੈ ਨਾ। ਤੇ ਚਾਰ ਚੀਜ਼ਾਂ ਅਗਰ ਮੈਂ ਮੰਨ ਕੇ ਚੱਲਦੀ ਹਾਂ, ਨੰਬਰ 1 ਕਿ ਜਿੰਨਾ ਮੈਨੂੰ ਗਿਆਨ ਹੈ ਨਾ, ਉਸ ਤੋਂ ਪਰੇ ਵੀ ਕੁਝ ਹੈ, ਚਾਹੇ ਮੈਨੂੰ ਕਿੰਨਾ ਮਰਜ਼ੀ ਸ਼ੋਰ ਹੈਗਾ ਕਿ ਇਹੀ ਠੀਕ ਹੈ, ਪਰ ਫਿਰ ਵੀ ਮੇਰੇ ਅੰਦਰ ਇੱਕ ਐਟੀਟਿਊਡ ਰਹੇਗਾ ਕਿ ਉਸ ਤੋਂ ਪਰੇ ਕੁਝ ਹੋਰ ਹੈ। ਇਹ ਇਮੋਸ਼ਨ ਜਦੋਂ ਮੇਰੇ ਅੰਦਰ ਰਹਿੰਦਾ ਹੈ, ਉਹਦੇ ਨਾਲ ਮੇਰੇ ਅੰਦਰ ਇੱਕ ਨਿਮਰਤਾ ਬਣੀ ਰਹਿੰਦੀ ਹੈ, ਉਹਦੇ ਨਾਲ ਮੇਰੀ ਇੱਕ ਕਠੋਰਤਾ ਖਤਮ ਹੁੰਦੀ ਹੈ। ਉਹ ਕਠੋਰਤਾ ਜਿਹੜੀ ਅਸੀਂ ਕਈ ਵਾਰੀ ਕਈ ਗੱਲਾਂ ਤੇ ਜਿਵੇਂ ਫਿਕਸ ਹੋ ਜਾਂਦੇ ਹਾਂ, ਉਹ ਫਿਕਸੇਸ਼ਨ ਜਿਹੜੀ ਅਸੀਂ ਉਹ ਖਤਮ ਕਰ ਲੈਂਦੇ ਹੈਗੇ ਆ, ਹੈਨਾ। ਇਹਦੇ ਅੰਦਰ ਮੇਰੇ ਅੰਦਰ ਇੱਕ ਪਿਆਰ ਤੇ ਇੱਕ ਉਹ ਭਰੋਸਾ, ਜਿਹੜੇ ਬੱਚੇ ਵਾਲੀ ਰਹੱਸ ਜਿਹਨੂੰ ਕਹਿੰਦੇ ਨਾ, ਰਹੱਸ ਹੈ ਤਾਂ ਐਕਸਾਈਟਮੈਂਟ ਹੈ, ਜਦ ਤੱਕ ਮਿਸਟਰੀ ਹੈ ਉਦੋਂ ਤੱਕ ਤੁਹਾਨੂੰ ਇੱਕ ਰਹੱਸ ਹੈਗਾ, ਤੇ ਉਦੋਂ ਤੱਕ ਤੁਹਾਡੇ ਅੰਦਰ ਇੱਕ ਪਿਆਰ ਦੀ ਜਿਹੜੀ ਆ ਉਹ ਇਮੋਸ਼ਨ ਬਣਿਆ ਰਹਿੰਦਾ ਹੈਗਾ, ਤੇ ਤੁਸੀਂ ਹਾਈ ਫ੍ਰੀਕੁਐਂਸੀ ਚ ਰਹਿੰਦੇ ਹੋ। ਹਾਈ ਫ੍ਰੀਕੁਐਂਸੀ ਹਾਈ ਵਾਈਬ੍ਰੇਸ਼ਨ ਚ ਰਹਿਣ ਦੇ ਨਾਲ ਵੀ ਤੁਸੀਂ ਕਈ ਪ੍ਰੋਬਲਮਸ, ਜਿੱਦਾਂ ਗੁਰਬਾਣੀ ਕਹਿੰਦੀ ਹੈ ਜਦੋਂ ਮੈਂ ਅਦ੍ਰਿਸ਼ਟ ਤੇ ਭਰੋਸਾ ਰੱਖ ਕੇ ਵਿਸਮਾਦ ਚ ਗਈ ਤੇ ਮੇਰੇ ਜਿਹੜੇ ਦੁੱਖ ਹੈਗੇ ਆ ਉਹ ਸੁੱਖਾਂ ਚ ਬਦਲ ਗਏ। ਤੇ ਮੈਨੂੰ ਇਹ ਸਮਝ ਆਉਂਦੀ ਹੈ ਕਿ ਜਦੋਂ ਅਸੀਂ ਉਹ ਹਾਈ ਵਾਈਬ੍ਰੇਸ਼ਨ ਚ ਪਹੁੰਚ ਜਾਂਦੇ ਹਾਂ ਤੇ ਉਹ ਵਾਈਬ੍ਰੇਸ਼ਨ ਸਾਡੇ ਸਰੀਰ ਦੇ ਜਿਹੜੇ ਆ ਦੁੱਖ, ਹਨਾ, ਸਰੀਰ ਦੇ ਵੀ ਦੂਜੇ ਦੁੱਖ ਵੀ ਜਿਹੜੇ ਸਾਡੇ ਈਗੋ ਕਲੈਸ਼ਿਸ ਕਰਕੇ ਜਾਂ ਸਹਿਜ ਵਿੱਚ ਨਾ ਜਾਣ ਕਰਕੇ ਜਾਂ ਭਾਣਾ ਨਾ ਮੰਨ ਸਕਣ ਕਰਕੇ, ਐਕਸੈਪਟੈਂਸ ਨਾ ਜਾਣ ਕਰਕੇ, ਮਤਲਬ ਜਿੰਨੀ ਸਮਝ ਆਈ ਉਹ ਐਕਸੈਪਟੈਂਸ ਹੈ, ਜਿਹੜੀ ਨਾ ਸਮਝ ਆਈ ਉਹ ਰਿਜੈਕਸ਼ਨ ਹੈ। ਨੋ, ਜਿਹੜੀ ਨਹੀਂ ਵੀ ਸਮਝ ਆਈ ਉਹ ਵੀ ਐਕਸੈਪਟੈਂਸ ਆ, ਫਿਰ ਅਸੀਂ ਸਹਿਜ ਚ ਆ ਜਾਂਦੇ ਹਾਂ, ਫਿਰ ਅਸੀਂ ਵਿਸਮਾਦ ਅਵਸਥਾ ਦਾ ਰੰਗ ਮਾਣ ਸਕਦੇ ਹਾਂ ਜੀ। ਇੰਨਾ ਹੀ ਕਹਿੰਦੇ ਹੋਏ ਅੱਜ ਦੀ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।